जिस तरीके इन्होंने राज भाग हासिल किया वो तुहानूं सारिआं नूं पता है कि बहुत वड्डा गुमराह काम किया गया। गुटका साहब हत्थां 'च फड़ के ते सरकार ने बनदिआं घटिया राजनीति धार्मिक मुद्दे नूं लैके शुरू कर दी। एक सिट कोटपुरा फायरिंग की बना के और एक मनमर्जी की ਜਿਹੜੇ ਹੈਗਾ ਅਫਸਰ ਨੂੰ ਉਹਦੇ ਵਿੱਚ ਸਿੱਟ ਦੇ ਵੜ ਕੇ ਲਗਾਤਾਰ 4 ਸਾਲ ਸਰਕਾਰ ਪੰਜਾਬ ਦੀ ਜਨਤਾ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਗੁੰਮਰਾਹ ਕਰਦੀ। ਤਾਂ ਹਾਈ ਕੋਰਟ ਦੇ ਜੱਜ ਇਹ ਲਿਖਦੇ ਨੇ ਕਿ ਇਹ ਜਾਂਚ ਬਦਨੀਤੀ ਨਾਲ ਕੀਤੀ ਗਈ ਹੈ, ਇਹ ਜਾਂਚ ਬੇਹੂਦਾ ਹੈ, ਇਹ ਜਾਂਚ ਬੇਤੁਕੀ ਹੈ ਔਰ ਮਨਮਰਜ਼ੀ ਦੇ ਬਿਆਨ ਬਣਾ ਕੇ ਤੇ ਵਿਰੋਧੀ ਲੀਡਰਾਂ ਨੂੰ ਟਾਰਗੇਟ ਕੀਤਾ ਗਿਆ ਤੇ ਸਰਕਾਰ ਕੋਲ ਲੁਕਣ ਵਾਸਤੇ ਕੋਈ ਥਾਂ ਨਹੀਂ ਰਹਿ ਗਈ। ਹੁਣ ਜਦੋਂ ਜਹਾਜ਼ ਡੁੱਬਦਾ ਹੁੰਦਾ ਤੇ ਸਾਰੇ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੰਦੇ। ਹੁਣ ਜਿਹੜੇ ਮੌਕਾ ਪ੍ਰਸਤ ਉਸ ਵੇਲੇ ਦੂਜੀਆਂ ਪਾਰਟੀਆਂ ਛੱਡ ਕੇ ਕਾਂਗਰਸ 'ਚ ਗਏ ਸੀ ਉਹਨਾਂ ਨੂੰ ਹੁਣ ਲੱਗਦਾ ਕਿ ਹੁਣ ਸਾਡੇ ਕੋਲੇ ਮੌਕਾ ਆਪਣੀ ਲੀਡਰੀ ਚਮਕਾਉਣ ਦਾ, ਕਿਉਂਕਿ 4 ਸਾਲ ਉਹ ਵੀ ਨਹੀਂ ਬੋਲੇ, 2-2 ਸਾਲ ਮੰਤਰੀ ਰਹੇ ਉਦੋਂ ਵੀ ਨਹੀਂ ਕਦੀ ਉਹ ਬੋਲੇ। ਆ 2 ਮਹੀਨੇ ਪਹਿਲਾਂ ਤੱਕ ਮੁੱਖ ਮੰਤਰੀ ਦੇ ਚਰਨਾਂ 'ਚ ਬੈਠੇ ਸੀ ਸਹੁੰ ਚੁੱਕਣ ਵਾਸਤੇ, ਉਦੋਂ ਵੀ ਨਹੀਂ ਬੋਲੇ ਤੇ ਹੁਣ ਉਹਨਾਂ ਨੂੰ ਵੀ ਧਰਮ ਯਾਦ ਆ ਗਿਆ, ਫਿਰ ਉਹਨਾਂ ਨੂੰ ਵੀ ਮੁੱਦੇ ਯਾਦ ਆ ਗਏ। ਫਿਰ ਇਹਨਾਂ ਕੋਲ ਤਾਂ ਕਿਸੇ ਤਰੀਕੇ ਸਮੇਂ ਦੀ ਘਾਟ ਨਹੀਂ ਸੀ। 4.25 ਸਾਲ ਦੇ ਵਿੱਚ ਉਸ ਚੀਜ਼ ਨੂੰ ਉਲਝਾਉਣ ਦਾ, ਉਹਨੂੰ ਸਿਆਸੀ ਫਾਇਦਾ ਲੈਣ ਦਾ, ਸਿਵਾਏ ਇਹਨਾਂ ਗੱਲਾਂ ਤੋਂ ਸਮਾਂ ਵੇਸਟ ਕਰਨ ਤੋਂ ਇਹਨਾਂ ਨੇ ਕੀ ਝੂਠ ਦਾ ਪਲੰਦਾ ਬਣਾ ਕੇ ਤੇ ਅਗਲੀ ਇਲੈਕਸ਼ਨ ਲੜਨ ਦੀ ਤਿਆਰੀ ਹੋ ਰਹੀ। ਕਿ ਗੁਰੂ ਗ੍ਰੰਥ ਸਾਹਿਬ ਵਰਗੇ ਗੰਭੀਰ ਮੁੱਦੇ ਦੇ ਉੱਤੇ ਇਸ ਤਰ੍ਹਾਂ ਦੀ ਘਟੀਆ ਰਾਜਨੀਤੀ ਕਰਨੀ ਚਾਹੀਦੀ ਸੀ ਸਰਕਾਰ। ਦਲਿਤ ਕਾਰਡ ਖੇਡਣ ਦੀ ਇੱਕ ਗੱਲ ਚੱਲ ਰਹੀ ਹੈ, ਰੁਝਾਨ ਹੀ ਹੋਣੀ ਕਿਉਂ ਚੱਲ ਰਹੀ ਹੈ, ਇਹ ਵੀ ਇੱਕ ਨਾਲ ਜੁੜਿਆ ਜਾਏਗਾ ਮੁੱਦਾ ਕਿ ਇਹਨਾਂ ਮੁੱਦਿਆਂ 'ਚ ਕਿਤੇ ਨਾ ਕਿਤੇ ਜਿਹੜਾ ਵੱਡਾ ਵੋਟ ਬੈਂਕ ਹੈ ਉਸ ਨੂੰ ਟਾਰਗੇਟ ਕਰਕੇ ਇਹ ਮੁੱਦੇ ਬਣਾਏ ਜਾਣ। ਪਹਿਲੇ ਤਿੰਨਾਂ ਪ੍ਰਧਾਨਾਂ ਨੂੰ ਮੈਂ ਪੁੱਛਦਾ ਕਿ ਇੰਨਾ ਲੰਬਾ ਸਮਾਂ ਦਿੱਲੀ ਦੇ 84 ਦੇ ਕੇਸ ਲੜਦਿਆਂ ਨੂੰ ਸਾਡੀ ਪਾਰਟੀ ਨੂੰ ਹੋ ਗਿਆ, ਤੁਸੀਂ ਕਦੀ ਕੋਈ ਅਮਿਤਾਭ ਬੱਚਨ ਦੇ ਖਿਲਾਫ ਕਿਸੇ ਨੇ ਕੋਈ ਸਟੇਟਮੈਂਟ ਦਿੱਤੀ ਜਾਂ ਕਦੀ ਕੋਈ ਐਫੀਡੈਵਿਟ ਦਿੱਤਾ ਜਾਂ 13-14 ਕਮਿਸ਼ਨ ਬਣੇ ਆ, ਕਦੀ ਤੁਹਾਡੇ 'ਚੋਂ ਕਿਸੇ ਨੇ ਉਹਦੇ ਅੱਗੇ ਜਾ ਕੇ ਪੇਸ਼ ਹੋ ਕੇ ਕੋਈ ਸਬੂਤ ਉਹਦੇ ਖਿਲਾਫ ਪੇਸ਼ ਕੀਤਾ? ਤੁਸੀਂ ਤਿੰਨੇ ਦਾ ਪ੍ਰਧਾਨਗੀਆਂ ਕਰਕੇ ਜਿਹੜੀ ਹੈਗੀ ਕੌਮ ਦੇ ਬੜੇ ਵੱਡੇ ਕ੍ਰੈਡਿਟ ਲੈਂਦੇ ਹੋ ਕਿ ਮੈਂ ਫਲਾਣੇ ਨੂੰ ਸਜ਼ਾ ਦਵਾਈ, ਮੈਂ ਫਲਾਣੇ ਨੂੰ ਸਜ਼ਾ ਦਵਾਈ, ਮੈਂ ਫਲਾਣੇ ਨੂੰ ਸਜ਼ਾ ਦਵਾਈ, ਫਲਾਣੇ ਕੇਸ ਲੜੇ। ਤੇ ਜੇ ਇਹ ਕੇਸ ਤੁਹਾਡੇ ਵਾਸਤੇ ਇੰਨਾ ਇੰਪੋਰਟੈਂਟ ਸੀ, ਤੁਸੀਂ ਲੜਿਆ ਕਿਉਂ ਨਹੀਂ? ਇਹਨਾਂ ਨੂੰ ਕਾਊਂਟਰ ਪੁੱਛਦਾ ਪੈਂਦਾ। ਜਿਹੜੇ ਪ੍ਰਧਾਨ ਨੇ ਪੁਰਾਣੇ ਇਹ ਤਾਂ ਕਾਂਗਰਸ ਦੇ ਐਡਵਾਈਜ਼ਰ ਬਣ ਗਏ ਤੇ ਹੁਣ ਇਤਰਾਜ਼ ਕਰਦੇ ਆ ਦੂਜਿਆਂ ਦੇ ਮੱਥਾ ਟੇਕਣ ਤੇ। ਇਹ ਸਰਨਾ ਸਾਹਿਬ ਆਪਣਾ ਰੋਲ ਕਿਵੇਂ ਐਕਸਪਲੇਨ ਕਰਦੇ ਆ ਕਿ ਜਿਸ ਕਾਂਗਰਸ ਨੇ 1984 ਦਾ ਕਤਲੇਆਮ ਕੀਤਾ ਉਸ ਕਾਂਗਰਸ ਦੇ ਵਿੱਚ ਜਿਹੜੇ ਆ ਦਿੱਲੀ ਕਮੇਟੀ ਦਾ ਸਾਬਕਾ ਪ੍ਰਧਾਨ ਧਾਰਮਿਕ ਐਡਵਾਈਜ਼ਰ ਹੋਵੇ। ਗੋਲਕ ਦੇ ਮਾਮਲੇ 'ਚ ਇਹਨਾਂ ਦਾ ਹੱਥ ਬਹੁਤ ਖੁੱਲ੍ਹਾ। ਅੱਛਾ ਜੀ। ਅੱਗੇ ਵੀ ਗੋਲਕ ਨੂੰ ਚੰਗਾ ਹੱਥ ਪਾਇਆ। ਗੋਲਕ 'ਚੋਂ ਕੱਢ ਕੇ ਦੇਣਾ ਬੜਾ ਸੌਖਾ, ਗੋਲਕ 'ਚੋਂ ਲੈ ਕੇ ਘਰ ਜਾਣਾ ਬਹੁਤ ਸੌਖਾ। ਜ਼ਿਆਦਾ ਜੇਬ 'ਚ ਦਿਓ ਨਾ, ਫਿਰ ਤੁਸੀਂ ਇੰਨੇ ਵੱਡੇ ਸਿੱਖ ਉੱਤੇ ਹੁਣੇ ਦੇ ਦਿਓ ਆਪਣੀ ਜੇਬ 'ਚੋਂ ਵੀ ਨਹੀਂ ਮੈਂ ਪੰਜਾਬੀ ਇਹ ਮੋੜ ਦੇ ਉੱਤੇ ਮੈਂ ਪਾ ਰਿਹਾ ਕਿ ਉਹਨੂੰ ਕੋਈ ਜੇ ਵੱਡੇ ਸਬੂਤ ਸੀ ਉਹਨਾਂ ਨੂੰ ਕਮਿਸ਼ਨਰ ਸਾਹਮਣੇ ਪੇਸ਼ ਕਰਨੇ ਚਾਹੀਦੇ। ਇਹ ਤਾਂ ਫਿਰ ਉਹਨਾਂ ਨੇ ਧੋਖਾ ਕੀਤਾ ਕਿ ਜੇ ਉਹਨਾਂ ਕੋਲ ਸਬੂਤ ਸੀਗੇ ਤੇ ਉਹਨਾਂ ਨੇ ਕੋਲ ਰੱਖੇ ਆ, ਤੇ ਬਹੁਤ ਵੱਡਾ ਧੋਖਾ। ਸਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ RS ਲਿਬਰੇਟ। ਮਿਲਦੇ ਰੁਝਾਨਾਂ ਤੋਂ ਇਹ ਲੱਗ ਰਿਹਾ ਕਿ ਪੰਜਾਬ ਦੀ ਸਿਆਸਤ ਸਮੇਂ ਤੋਂ ਪਹਿਲਾਂ ਗਰਮਾ ਗਈ ਹੈ। ਉਹਦੇ 'ਚ ਵਿਕਾਸ ਦੇ ਮੁੱਦਿਆਂ ਨੂੰ ਛੱਡ ਕੇ ਧਰਮ ਦੇ ਮੁੱਦੇ ਹਾਵੀ ਹੋ ਰਹੇ ਨੇ। ਸੱਤਾ ਧਿਰ ਦੇ ਵਿੱਚ ਵੀ ਮੰਤਰੀਆਂ, ਵਜ਼ੀਰਾਂ, MLAਆਂ ਦੇ ਵਿੱਚ ਵੀ ਇੱਕ ਹਲਚਲ ਚੱਲ ਰਹੀ ਹੈ ਬੇਅਦਬੀ ਦੇ ਮਾਮਲੇ ਨੂੰ ਲੈ ਕੇ। ਬੇਅਦਬੀ ਦਾ ਮਾਮਲਾ ਇੱਕ ਉਹਦੇ 'ਚ ਬਹਾਨਾ ਮੰਨਿਆ ਜਾ ਰਿਹਾ ਜਾਂ ਇੱਕ ਓਟ ਮੰਨੀ ਜਾ ਰਹੀ ਹੈ ਕਿ ਜੇ ਮਾਮਲੇ ਦੇ ਵਿੱਚ ਕੋਈ ਫੈਸਲਾ ਨਹੀਂ ਆਉਂਦਾ ਜਾਂ ਜਿਹੜੀ ਪਹਿਲਾ ਫੈਸਲਾ ਅਦਾਲਤ ਦੇ ਵਿੱਚ ਆਇਆ ਉਸ ਤੋਂ ਪੰਜਾਬ ਦੀ ਬਹੁਤ ਗਿਣਤੀ ਸਿੱਖ ਕੌਮ ਦੇ ਵਿੱਚ ਰੋਸ ਹੈ, ਉਸ 'ਤੇ ਹੰਗਾਰਾ ਨਹੀਂ ਭਰਦੀ। ਉਸ ਸੰਬੰਧੀ ਉਹ ਵਿਧਾਨ ਸਭਾ 'ਚ ਉਤਰਨ ਲਈ ਆਪਦਾ ਇੱਕ ਖਾਸ ਕਾਰਨ ਬਣਾਉਣ ਲਈ ਆਪਦੇ ਮੁੱਖ ਮੰਤਰੀ ਨੂੰ ਟਾਰਗੇਟ ਕਰ ਰਹੇ ਨੇ। ਮੁੱਖ ਮੰਤਰੀ ਸਾਹਿਬ ਹੋਰ ਹਿਸਾਬ ਨਾਲ ਟਾਰਗੇਟ ਕਰ ਰਹੇ ਨੇ। ਹੁਣ ਪਿਛਲੇ ਕੱਲ੍ਹ ਪਰਸੋਂ ਦੀਆਂ ਮੀਟਿੰਗਾਂ ਤੋਂ ਬਾਅਦ ਹਾਈ ਕਮਾਂਡ ਨੇ ਇਹਦੇ ਵਿੱਚ ਦਖਲ ਦੇਣ ਦੀ ਇੱਕ ਰਾਏ ਬਣਾ ਲਈ ਹੈ। ਉਸ ਦਾ ਪਤਾ ਚੱਲ ਰਿਹਾ ਹੈ ਕਿ ਉਹ ਖੁੱਲ੍ਹੇ ਤੌਰ 'ਤੇ ਕਦੋਂ ਗੱਲ ਸਾਹਮਣੇ ਆਉਂਦੀ ਹੈ ਉਹ ਬਾਅਦ ਦੀ ਗੱਲ ਹੈ। ਇਸ ਤਰ੍ਹਾਂ ਦੇ ਬਣੇ ਮਾਹੌਲ ਦੇ ਵਿੱਚ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਤੌਰ 'ਤੇ ਚੰਗੇ ਸਮੇਂ ਤੋਂ ਰਾਜ ਕਰ ਰਹੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਾਡੇ ਨਾਲ ਨੇ। ਅਸੀਂ ਉਹਨਾਂ ਤੋਂ ਇਸ ਮੌਜੂਦਾ ਬਣੀਆਂ ਸਥਿਤੀਆਂ 'ਤੇ ਜਾਣਕਾਰੀ ਭਰਪੂਰ ਦਰਸ਼ਕਾਂ ਨੂੰ ਦੱਸਣ ਵਾਸਤੇ ਗੱਲ ਕਰਾਂਗੇ। ਡਾਕਟਰ ਸਾਹਿਬ, ਤੁਹਾਡਾ ਸਕਾਈ ਨਿਊਜ਼ ਪੰਜਾਬ 'ਤੇ ਸਵਾਗਤ ਹੈ। ਜਿਹੜੇ ਹੁਣ ਹਾਲਾਤ ਬਣੇ ਹੋਏ ਨੇ ਸਿਆਸੀ, ਹਜੇ ਸਮਾਂ ਜਾਣੀ ਵਿਧਾਨ ਸਭਾ ਚੋਣਾਂ ਦਾ ਜਾਣ ਦਾ ਸਮਾਂ ਹਜੇ ਕਾਫੀ ਪਿਆ, ਇਹ ਕੀ ਕਾਰਨ ਹੈ? ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਗੱਲ ਇਹ ਹੈ ਕਿ ਲਿਬਰੇਟ ਸਾਹਿਬ, ਜਦੋਂ ਤੁਸੀਂ ਪਹਿਲੇ ਦਿਨ ਤੋਂ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ
ਤੇ ਫਿਰ ਅਖੀਰਲੇ ਇਲੈਕਸ਼ਨ ਦੇ ਸਾਲ ਦੇ ਵਿੱਚ ਆ ਕੇ ਇਸ ਤਰ੍ਹਾਂ ਦਾ ਵਿਸਫੋਟ ਹੋਣਾ ਕੁਦਰਤੀ ਹੁੰਦਾ ਜੀ। ਪਹਿਲਾਂ ਤਾਂ ਜਿਸ ਤਰੀਕੇ ਇਹਨਾਂ ਨੇ ਰਾਜ ਭਾਗ ਹਾਸਲ ਕੀਤਾ ਜੀ, ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਵੱਡਾ ਗੁੰਮਰਾਹ ਕੰਮ ਕੀਤਾ ਗਿਆ ਗੁਟਕਾ ਸਾਹਿਬ ਹੱਥਾਂ 'ਚ ਫੜ ਕੇ ਜੀ, ਤੇ ਬੜੇ ਵੱਡੇ ਵਾਅਦੇ ਕਰਜ਼ਾ ਮਾਫੀ ਦੇ, ਨੌਕਰੀਆਂ ਦੇ, ਨਸ਼ੇ ਖਤਮ ਕਰਨ ਦੇ, ਉਹ ਉਸ ਵੇਲੇ ਪੰਜਾਬ ਦੀ ਜਨਤਾ ਦੇ ਨਾਲ ਕੀਤੇ ਗਏ ਜੀ। ਪਰ ਜਦੋਂ ਦਾ ਰਾਜ ਭਾਗ ਬਣਿਆ ਜੀ, ਜਿਹੜੇ ਕੋਈ ਨਵਾਂ ਤਾਂ ਵਾਅਦਾ ਕੀ ਪੂਰਾ ਕਰਨਾ ਸੀ, ਜਿਹੜਾ ਉਸ ਵੇਲੇ ਦਾ ਸਿਸਟਮ ਇੰਨਾ ਅੱਛਾ ਚੱਲ ਰਿਹਾ ਸੀ ਡਿਵੈਲਪਮੈਂਟ ਦਾ, ਖੁਸ਼ਹਾਲੀ ਦਾ, ਅਮਨ ਸ਼ਾਂਤੀ ਦਾ, ਜੀ। ਪੰਜਾਬ ਦੀ ਜਨਤਾ ਹੁਣ ਮਹਿਸੂਸ ਕਰਦੀ ਹੈ ਕਿ ਇੱਕ ਇੱਕ ਕਰਕੇ ਉਹ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ ਕਿਉਂਕਿ ਸਰਕਾਰ ਨੇ ਬਣਦਿਆਂ ਘਟੀਆ ਰਾਜਨੀਤੀ ਧਾਰਮਿਕ ਮੁੱਦੇ ਨੂੰ ਲੈ ਕੇ ਸ਼ੁਰੂ ਕਰ ਲਈ ਜੀ। ਇੱਕ ਸਿੱਟ ਕੋਟਪੂਰਾ ਫਾਇਰਿੰਗ ਦੀ ਬਣਾ ਕੇ ਔਰ ਇੱਕ ਮਨਮਰਜ਼ੀ ਦੀ ਜਿਹੜੇ ਹੈਗਾ ਅਫਸਰ ਨੂੰ ਉਹਦੇ ਵਿੱਚ ਸਿੱਟ ਦੇ ਵੜ ਕੇ ਜੀ, ਲਗਾਤਾਰ 4 ਸਾਲ ਸਰਕਾਰ ਪੰਜਾਬ ਦੀ ਜਨਤਾ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਗੁੰਮਰਾਹ ਕਰਦੇ ਰਹੇ। ਜੀ। ਹੁਣ ਜਦੋਂ ਹਾਈ ਕੋਰਟ ਦਾ ਫੈਸਲਾ ਆਇਆ 99 ਪੇਜ ਦਾ ਔਰ ਉਹਨੇ ਉਸ ਅਫਸਰ ਦੇ ਖਿਲਾਫ, ਉਹਦੀ ਜਾਂਚ ਦੇ ਖਿਲਾਫ ਏਡੀਆਂ ਗੰਭੀਰ ਟਿੱਪਣੀਆਂ ਕੀਤੀਆਂ ਜੀ, ਕਿ ਅਫਸਰ ਤਾਂ ਹੁਣ ਨੌਕਰੀ ਪ੍ਰੀਮੈਚੁਰ ਰਿਟਾਇਰਮੈਂਟ ਲੈ ਕੇ ਭੱਜ ਗਿਆ ਔਰ ਬਾਕੀ ਹੁਣ ਕਾਂਗਰਸ ਜਿਹੜੀ ਹੈ ਉਸ ਜੱਜਮੈਂਟ ਦੀ ਮਾਰ ਜਿਹੜੀ ਹੈ ਉਹ ਚੱਲ ਰਹੀ ਹੈ ਕਿਉਂਕਿ ਹੁਣ ਸਾਰੀ ਜਿਹੜੀ ਸਾਜ਼ਿਸ਼ ਸਰਕਾਰ ਦੇ ਪੱਧਰ ਦੇ ਉੱਤੇ ਆਪੋਜੀਸ਼ਨ ਨੂੰ ਬਦਨਾਮ ਕਰਨ ਤੇ ਲੱਗੀ ਸੀ, ਆਪੋਜੀਸ਼ਨ ਦੇ ਲੀਡਰਾਂ ਨੂੰ ਬਦਨਾਮ ਕਰਨ ਤੇ ਲੱਗੀ ਸੀ, ਉਹਦੇ ਵਿੱਚ ਹੁਣ ਕੋਈ ਪਰਦਾ ਨਹੀਂ ਰਹਿ ਗਿਆ ਜੀ। ਕਿਉਂਕਿ ਜਦੋਂ ਹਾਈ ਕੋਰਟ ਦੇ ਜੱਜ ਇਹ ਲਿਖਦੇ ਨੇ ਕਿ ਇਹ ਜਾਂਚ ਬਦਨੀਤੀ ਨਾਲ ਕੀਤੀ ਗਈ ਹੈ, ਇਹ ਜਾਂਚ ਬੇਹੂਦਾ ਹੈ, ਇਹ ਜਾਂਚ ਬੇਤੁਕੀ ਹੈ ਔਰ ਮਨਮਰਜ਼ੀ ਦੇ ਬਿਆਨ ਬਣਾ ਕੇ ਤੇ ਵਿਰੋਧੀ ਲੀਡਰਾਂ ਨੂੰ ਟਾਰਗੇਟ ਕੀਤਾ ਗਿਆ ਤੇ ਸਰਕਾਰ ਕੋਲ ਲੁਕਣ ਵਾਸਤੇ ਕੋਈ ਥਾਂ ਨਹੀਂ ਰਹਿ ਗਈ। ਉਹ ਅਫਸਰ ਵੀ ਜਾਂਦਾ ਰਿਹਾ, ਉਹਦੀ ਜਾਂਚ ਵੀ ਸਾਰੀ ਰੱਦ ਹੋ ਗਈ, ਉਹਨੂੰ ਜਾਂਚ ਦੀ ਜਿਹੜੀ SIT ਸੀ ਉਹਦੇ 'ਚੋਂ ਵੀ ਕੱਢ ਦਿੱਤਾ ਗਿਆ, ਨਵੀਂ SIT ਦੇ ਆਦੇਸ਼ ਵੀ ਹੋ ਗਏ ਔਰ ਸਾਰੀ ਜਨਤਾ ਦੇ ਵਿੱਚ ਕਾਂਗਰਸ ਦਾ ਜਿਹੜਾ ਇਹ ਪਰਦਾ ਸੀ ਉਹ ਵੀ ਬੁਰੀ ਤਰ੍ਹਾਂ ਦੇ ਨਾਲ ਫਾਸ਼ ਹੋ ਗਿਆ। ਹੁਣ ਇਸ ਵੇਲੇ ਜਿਹੜੀ ਸਥਿਤੀ ਬਣੀ ਹੋਈ ਹੈ ਕਿ ਹੁਣ ਕਿਹੜੇ ਮੂੰਹ ਦੇ ਨਾਲ ਲੋਕਾਂ ਦੇ ਵਿੱਚ ਜਾਈਏ। ਹੁਣ ਜਦੋਂ ਜਹਾਜ਼ ਡੁੱਬਦਾ ਹੁੰਦਾ ਤੇ ਸਾਰੇ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੰਦੇ। ਹੁਣ ਜਿਹੜੇ ਮੌਕਾ ਪ੍ਰਸਤ ਉਸ ਵੇਲੇ ਦੂਜੀਆਂ ਪਾਰਟੀਆਂ ਛੱਡ ਕੇ ਕਾਂਗਰਸ 'ਚ ਗਏ ਸੀ ਜੀ, ਉਹਨਾਂ ਨੂੰ ਹੁਣ ਲੱਗਦਾ ਕਿ ਹੁਣ ਸਾਡੇ ਕੋਲੇ ਮੌਕਾ ਆਪਣੀ ਲੀਡਰੀ ਚਮਕਾਉਣ ਦਾ ਵੀ ਕਿਉਂਕਿ 4 ਸਾਲ ਉਹ ਵੀ ਨਹੀਂ ਬੋਲੇ, 2-2 ਸਾਲ ਮੰਤਰੀ ਰਹੇ ਉਦੋਂ ਵੀ ਨਹੀਂ ਕਦੀ ਉਹ ਬੋਲੇ, ਆ 2 ਮਹੀਨੇ ਪਹਿਲਾਂ ਤੱਕ ਮੁੱਖ ਮੰਤਰੀ ਦੇ ਚਰਨਾਂ 'ਚ ਬੈਠੇ ਸੀ ਸਹੁੰ ਚੁੱਕਣ ਵਾਸਤੇ, ਉਦੋਂ ਵੀ ਨਹੀਂ ਬੋਲੇ ਜੀ। ਤੇ ਹੁਣ ਉਹਨਾਂ ਨੂੰ ਵੀ ਧਰਮ ਯਾਦ ਆ ਗਿਆ, ਫਿਰ ਉਹਨਾਂ ਨੂੰ ਵੀ ਮੁੱਦੇ ਯਾਦ ਆ ਗਏ। ਫਿਰ ਇਸ ਕਰਕੇ ਆਪੋ ਧਾਪੀ ਦੀ ਸਥਿਤੀ ਜਿਹੜੀ ਆ ਉਹ ਕਾਂਗਰਸ ਪਾਰਟੀ ਦੇ ਵਿੱਚ ਹੁਣ ਪੈ ਗਈ ਆ ਕਿ ਜਹਾਜ਼ ਡੁੱਬ ਰਿਹਾ। ਸਾਰਿਆਂ ਨੂੰ ਪਤਾ ਕਿ ਅੱਗੋਂ ਸਰਕਾਰ ਬਣਨ ਦਾ ਕੋਈ ਚਾਂਸ ਨਹੀਂ ਹੈ, ਲੇਕਿਨ ਆਪੋ ਆਪਣੀ ਛਿੱਲ ਬਚਾਉਣ ਦੀ ਕੋਸ਼ਿਸ਼ ਹੈ ਤੇ ਇੱਕ ਦੂਜੇ ਦੇ ਉੱਤੇ ਆਪਣੇ ਜਿਹੜੇ ਹੈਗੇ ਪੁਰਾਣੇ ਖੁੰਦਕਾਂ ਕੱਢਣ ਦਾ ਕੰਮ ਜਿਹੜਾ ਉਹ ਚੱਲ ਰਿਹਾ। ਪਰ ਅਫਸੋਸ ਇਸ ਗੱਲ ਦਾ ਕਿ ਇਹਦੇ ਨਾਲ ਪੰਜਾਬ ਦੀ ਜਨਤਾ ਜਿਹੜੀ ਹੈ ਉਹਦਾ ਬਹੁਤ ਵੱਡਾ ਨੁਕਸਾਨ ਕਿਉਂਕਿ ਮਹਾਮਾਰੀ ਦਾ ਦੌਰ ਹੈ। ਕੋਈ ਸੋਚ ਨਹੀਂ ਸਕਦਾ ਕਿ ਇੰਨੀਆਂ ਮੌਤਾਂ ਹੋ ਰਹੀਆਂ, ਸ਼ਮਸ਼ਾਨ ਘਾਟਾਂ ਦੇ ਵਿੱਚ ਜਗ੍ਹਾ ਨਹੀਂ ਮਿਲ ਰਹੀ, ਹਸਪਤਾਲਾਂ ਦੇ ਵਿੱਚ ਬੈੱਡ ਨਹੀਂ ਮਿਲ ਰਿਹਾ ਤੇ ਜਿਨ੍ਹਾਂ ਦੇ ਉੱਤੇ ਲੋਕਾਂ ਨੇ ਆਸ ਲਾਈ ਸੀ ਉਹ ਆਹ ਕੁਛ ਸਾਰਾ ਦਿਨ ਕਰਦੇ ਆ ਕਿ ਇੱਕ ਦੂਜੇ ਦੀ ਕੁਰਸੀ ਦੀਆਂ ਲੱਤਾਂ ਖਿੱਚਣ, ਆਪਣੀ ਹਉਮੈ ਨੂੰ ਜਗਾਉਣ, ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰਨ। ਇਹ ਜਨਤਾ ਵਾਸਤੇ ਬਹੁਤ ਵੱਡਾ ਸੰਤਾਪ ਹੈ, ਬੜੀ ਵੱਡੀ ਸਜ਼ਾ। ਆਪਾਂ ਥੋੜਾ ਪਿੱਛੇ ਜਾਈਏ ਤਾਂ ਜਦੋਂ ਇਹ ਬੇਅਦਬੀ ਦਾ ਮਾਮਲਾ ਹੋਇਆ ਜਾਂ ਇਹ ਜੋ ਵੀ ਘਟਨਾਕ੍ਰਮ ਹੋਇਆ ਉਦੋਂ ਆਪਣੀ ਸਰਕਾਰ ਸੱਤਾ ਸੀ, ਉਹਦੇ ਵੀ ਕਿਤੇ ਨਾ ਕਿਤੇ ਸਵਾਲ ਉੱਠਦੇ ਨੇ ਕਿ ਆਪਣੀ ਪਾਰਟੀ ਨੇ ਵੀ ਕੋਈ ਬੜਾ ਵਧੀਆ ਕਾਰਵਾਈ ਜਾਂ ਨਹੀਂ ਕੀਤੀ। ਦੇਖੋ ਪਹਿਲੀ ਗੱਲ ਘਟਨਾ ਹੋਈ ਸੀ 2015 ਦੇ ਅਖੀਰ 'ਤੇ। ਹਾਂਜੀ, ਜਦੋਂ ਘਟਨਾ ਹੋਈ ਸੀ ਸਾਡੀ SIT ਬਣਾ ਕੇ ਅਸੀਂ ਜਾਂਚ ਸ਼ੁਰੂ ਕੀਤੀ ਸੀ, ਪਰ ਉਸ ਵੇਲੇ ਜਿਹੜੀਆਂ ਜਥੇਬੰਦੀਆਂ ਸੀ ਜਿਨ੍ਹਾਂ ਨੇ ਵਿਰੋਧ ਕੀਤਾ ਇਸ ਇਨਸੀਡੈਂਟ ਦਾ, ਉਹਨਾਂ ਸਾਰਿਆਂ ਦੀ ਮੰਗ ਸੀ, ਉਦੋਂ ਕਾਂਗਰਸ ਪਾਰਟੀ ਵੀ ਨਾਲ ਸੀ, ਮੁੱਖ ਮੰਤਰੀ ਜਿਹੜੇ ਹੁਣ ਨੇ ਕੈਪਟਨ ਅਮਰਿੰਦਰ ਸਿੰਘ ਇਹ ਵੀ ਨਾਲ ਸੀ, ਇਹਨਾਂ ਸਾਰਿਆਂ ਦੀ ਇੱਕੋ ਮੰਗ ਸੀ ਕਿ ਸਾਨੂੰ ਸਰਕਾਰ ਦੇ ਉੱਤੇ ਭਰੋਸਾ ਨਹੀਂ, CBI ਦੀ ਜਾਂਚ ਕਰੋ ਜੀ। ਇਸ ਕਰਕੇ ਅਸੀਂ ਉਹਨਾਂ ਸਾਰਿਆਂ ਦਾ ਹੁਕਮ ਮੰਨਿਆ ਕਿਉਂਕਿ ਸਾਡੇ ਕੋਲ ਤਾਂ ਲੁਕਾਉਣ ਨੂੰ ਕੁਛ ਨਹੀਂ ਸੀ। ਅਸੀਂ ਇਹ ਸਾਰੀ ਜਾਂਚ ਜਿਹੜੀ ਹੈ ਇਹ CBI ਦੇ ਹਵਾਲੇ ਕਰ ਦਿੱਤੀ ਸੀ ਔਰ ਜਿਹੜੀ ਕੋਟਪੂਰਾ ਵਾਲੀ ਇਨਸੀਡੈਂਟ ਸੀ ਉਹਦੀ ਜੁਡੀਸ਼ੀਅਲ ਜਾਂਚ ਦੇ ਆਰਡਰ ਕਰਤੇ ਸੀ ਔਰ ਜਦੋਂ ਤੱਕ ਇਹ ਕੰਪਲੀਟ ਹੋਈ ਹੈ ਸਾਡਾ ਇਲੈਕਸ਼ਨ ਜਿਹੜੀ ਹੈ ਵਿਧਾਨ ਸਭਾ ਦੀ ਸ਼ੁਰੂ ਹੋ ਗਈ। ਪਰ ਹੁਣ ਮੈਨੂੰ ਦੱਸੋ ਕਿ 4.25 ਸਾਲ ਹੋ ਗਏ ਜੀ, ਇਹਨਾਂ ਕੋਲ ਤਾਂ ਕਿਸੇ ਤਰੀਕੇ ਸਮੇਂ ਦੀ ਘਾਟ ਨਹੀਂ ਸੀ। 4.25 ਸਾਲ ਦੇ ਵਿੱਚ ਉਸ ਚੀਜ਼ ਨੂੰ ਉਲਝਾਉਣ ਦਾ, ਉਹਨੂੰ ਸਿਆਸੀ ਫਾਇਦਾ ਲੈਣ ਦਾ, ਸਿਵਾਏ ਇਹਨਾਂ ਗੱਲਾਂ ਤੋਂ ਸਮਾਂ ਵੇਸਟ ਕਰਨ ਤੋਂ ਇਹਨਾਂ ਨੇ ਕੀ ਕੀਤਾ। ਹੁਣ ਜੋ ਗੰਦ ਸਾਹਮਣੇ ਆਇਆ
ਹਾਈ ਕੋਰਟ ਦੀ ਜੱਜਮੈਂਟ ਤੋਂ ਬਾਅਦ ਜੀ ਕੀ ਇਹ ਸਰਕਾਰਾਂ ਦੇ ਕੰਮ ਜਾਂ ਕੀ ਇਹ ਇਨਵੈਸਟੀਗੇਸ਼ਨ ਹੋ ਰਹੀ ਸੀ ਕਿ ਸਾਰੀ ਜਿਹੜੀ ਆ ਝੂਠ ਦਾ ਪਲੰਦਾ ਬਣਾ ਕੇ ਤੇ ਅਗਲੀ ਇਲੈਕਸ਼ਨ ਲੜਨ ਦੀ ਤਿਆਰੀ ਹੋ ਰਹੀ ਕਿ ਗੁਰੂ ਗ੍ਰੰਥ ਸਾਹਿਬ ਵਰਗੇ ਗੰਭੀਰ ਮੁੱਦੇ ਦੇ ਉੱਤੇ ਇਸ ਤਰ੍ਹਾਂ ਦੀ ਘਟੀਆ ਰਾਜਨੀਤੀ ਕਰਨੀ ਚਾਹੀਦੀ ਸੀ ਸਰਕਾਰ ਨੂੰ? ਇਹ ਉਸ ਗੱਲ ਦੀ ਸਜ਼ਾ ਹੁਣ ਇਹਨਾਂ ਨੂੰ ਆਪ ਭੁਗਤਣੀ ਪੈ ਰਹੀ ਹੈ। ਅੱਛਾ ਜੀ, ਇਹ ਇੱਕ ਤੁਹਾਡੀ ਪਾਰਟੀ ਨੂੰ ਪੰਥਕ ਪਾਰਟੀ ਮੰਨਿਆ ਜਾਂਦਾ, ਜਿਹੜੇ ਸਿੱਖ ਭਾਵਨਾ ਦੀ ਸੰਵੇਦਨਾ ਵਾਲਾ ਮਾਮਲਾ ਸੀ, ਇੱਕ ਪੰਥਕ ਹੀ ਮਾਮਲਾ ਮੰਨਿਆ ਜਾਂਦਾ ਹੈ। ਪੰਥਕ ਧਿਰਾਂ ਹੀ ਉੱਥੇ ਬੈਠੀਆਂ ਸੀਗੀਆਂ। ਹੁਣ ਤੁਹਾਡੀ ਪਾਰਟੀ 'ਚੋਂ ਸੀਨੀਅਰ ਆਗੂ ਸੁਦੇਵ ਸਿੰਘ ਢੀਂਡਸਾ ਜੀ ਵੱਖਰੇ ਹੋ ਗਏ ਨੇ, ਉਹਨਾਂ ਨਾਲ ਹੋਰ ਕੁਝ ਕਈ ਆਗੂ ਲਿਖੇ ਹੋਏ ਨੇ। ਉਹਨੇ ਇੱਕ ਵੱਖਰਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾਇਆ ਤੇ ਤੁਹਾਡੇ 'ਤੇ ਪਹਿਲਾ ਦੋਸ਼ ਇਹ ਲਾਇਆ ਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਇਹ ਵਖਰੇਵਾਂ ਕਿਉਂ ਕੀਤਾ, ਉਹ ਕਹਿੰਦੇ ਵੀ ਸਾਡੀ ਪਾਰਟੀ ਪੰਥਕ ਮੰਨੀ ਜਾਂਦੀ ਸੀ, ਉਹ ਪੰਥਕ ਮਸਲਿਆਂ ਤੋਂ ਜਾਨੀ ਨਜ਼ਰਅੰਦਾਜ਼ ਕਰਕੇ ਕੰਮ ਕਰ ਰਹੀ ਹੈ। ਇਹ ਦੋਸ਼ ਤੁਹਾਡੇ 'ਤੇ ਉਹਨਾਂ ਨੇ ਲਾਇਆ ਜੀ, ਇਹ ਕਿਵੇਂ ਦੇਖਦੇ ਹੋ ਇਸ ਗੱਲ ਨੂੰ? ਇਹ ਗਲਤ? ਦੇਖੋ ਗੱਲ ਇਹ ਹੈ, ਪਹਿਲਾਂ ਤਾਂ ਦੋਸ਼ ਲਾਉਣ ਵਾਲਿਆਂ ਨੂੰ ਪੁੱਛੋ ਵੀ ਅੱਜ ਦੀ ਤਰੀਕ ਦੇ ਵਿੱਚ ਪਰਮਿੰਦਰ ਸਿੰਘ ਢੀਂਡਸਾ ਕਿਹੜੀ ਪਾਰਟੀ ਤੋਂ ਐਮਐਲਏ ਨੇ ਜੀ, ਔਰ ਅੱਜ ਦੀ ਤਰੀਕ 'ਚ ਸਰਦਾਰ ਸੁਖਦੇਵ ਸਿੰਘ ਢੀਂਡਸਾ ਕਿਹੜੀ ਪਾਰਟੀ ਤੋਂ ਸ਼੍ਰੋਮਣੀ ਜਿਹੜੇ ਆ ਰਾਜ ਸਭਾ ਦੇ ਮੈਂਬਰ ਨੇ। ਜੇ ਇਹ ਪਾਰਟੀ ਨੇ ਇੰਨਾ ਗਲਤ ਕੰਮ ਕੀਤਾ ਧਾਰਮਿਕ ਤੌਰ ਦੇ ਉੱਤੇ ਹਾਂਜੀ, ਤੇ ਤੁਹਾਨੂੰ ਤਾਂ ਉਦੋਂ ਹੀ ਅਸਤੀਫੇ ਦੇ ਦੇਣੇ ਚਾਹੀਦੇ ਸੀ। ਉਸੇ ਸਰਕਾਰ ਦੇ ਵਿੱਚ ਪਰਮਿੰਦਰ ਸਿੰਘ ਢੀਂਡਸੇ ਹੋਰੀ ਵਿੱਤ ਮੰਤਰੀ ਸੀਗੇ, ਉਸੇ ਪਾਰਟੀ ਤੋਂ ਫਿਰ ਟਿਕਟ ਲੈ ਕੇ ਹਲਕਾ ਬਦਲ ਕੇ ਦੁਬਾਰਾ ਐਮਐਲਏ ਬਣੇ। ਉਸੇ ਪਾਰਟੀ ਦੇ ਵਿੱਚ ਹੀ ਹੁਣ ਪਿੱਛੇ ਜੇ ਤੱਕ ਵਿਧਾਨ ਸਭਾ ਦੇ ਵਿੱਚ ਜਿਹੜਾ ਲੀਡਰ ਆਫ ਦੀ ਹਾਊਸ ਹੁੰਦਾ ਉਹ ਬਣੇ ਜੀ। ਇਸ ਕਰਕੇ ਜਿਹੜੀਆਂ ਇਹ ਗੱਲਾਂ ਕਰਨੀਆਂ ਨਾ, ਇਹ ਜਦੋਂ ਲੋਕੀ ਰਿਐਲਿਟੀ ਨੂੰ ਜਾਣਦੇ ਆ ਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ ਕਿ ਸਰਕਾਰ ਦੇ ਵਿੱਚ ਤੁਸੀਂ ਦੋਨੇ ਜਿਹੜੇ ਹੈਗੇ ਆ, ਵੱਡੇ ਢੀਂਡਸਾ ਸਾਹਿਬ ਵੀ ਛੋਟੇ ਵੀ ਜੀ, ਪਾਵਰਫੁਲ ਪੋਜੀਸ਼ਨ ਦੇ ਵਿੱਚ ਜੀ, ਤੇ ਹੁਣ ਤੱਕ ਤੁਸੀਂ ਪਾਰਟੀ ਦੇ ਅੱਜ ਦੀ ਤਰੀਕ ਤੱਕ ਵੀ ਪਾਰਟੀ ਦੇ ਹੀ ਐਮਐਲਏ, ਤੁਸੀਂ ਲੋਕਾਂ ਨੂੰ ਇਹ ਕਿਵੇਂ ਕਹੋਗੇ ਵੀ ਜਿਹੜੀ ਹੈਗੀ ਸ਼੍ਰੋਮਣੀ ਅਕਾਲੀ ਦਲ ਨੇ ਪਿੱਛੇ ਕੋਈ ਗਲਤ ਕੰਮ ਕੀਤਾ? ਜੇ ਕੀਤਾ ਸੀ ਤਾਂ ਘੱਟੋ ਘੱਟ ਤੁਹਾਨੂੰ ਪਹਿਲਾ ਕੰਮ ਇਹ ਕਰਨਾ ਚਾਹੀਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਟਿਕਟਾਂ ਤੋਂ ਅਸਤੀਫਾ ਦੇ ਦੇ ਤੇ ਇਸ ਇਸ਼ੂ ਦੇ ਉੱਤੇ ਇਲੈਕਸ਼ਨ ਲੜਦੇ। ਉਲਟਾ ਹੋਇਆ ਇਹ ਕਿ ਕਾਂਗਰਸ ਦੇ ਇੱਕ ਐਮਐਲਏ ਨੇ, ਸਿੱਕੀ ਸਾਹਿਬ ਨੇ, ਖਡੂਰ ਸਾਹਿਬ ਤੋਂ ਅਸਤੀਫਾ ਦੇ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਮੁੱਦੇ ਨੂੰ ਲੈ ਕੇ। ਉਹਦੀ ਥਾਂ ਦੇ ਉੱਤੇ ਇਲੈਕਸ਼ਨ ਲੜੀ ਬ੍ਰਹਮਪੁਰਾ ਸਾਹਿਬ ਦੇ ਬੇਟੇ ਨੇ ਜੀ, ਉਹ ਐਮਐਲਏ ਬਣਿਆ। ਠੀਕ ਹੈ ਤੁਹਾਡੀ, ਠੀਕ ਹੈ ਨਾ? ਤੁਸੀਂ ਜਦੋਂ ਇੱਕ ਐਮਐਲਏ ਦੀ ਪੋਸਟ ਖਾਲੀ ਹੋਈ ਤੇ ਤੁਸੀਂ ਉਹ ਇਲੈਕਸ਼ਨ ਲੜ ਕੇ ਆਪਣਾ ਬੇਟਾ, ਔਰ ਉਹ ਖਾਲੀ ਇਸ ਕਰਕੇ ਹੋਈ ਕਿ ਉਹਨੇ ਇਸੇ ਇਸ਼ੂ ਦੇ ਉੱਤੇ ਅਸਤੀਫਾ ਦਿੱਤਾ ਤੇ ਤੁਸੀਂ ਉੱਥੋਂ ਇਲੈਕਸ਼ਨ ਲੜ ਲਈ। ਹਾਂਜੀ, ਤੇ ਹੁਣ ਦੱਸੋ ਕੌਣ ਕਹੇਗਾ ਤੁਹਾਡੀ, ਸੁਣੇਗਾ ਤੁਹਾਡੀ ਗੱਲ? ਠੀਕ ਹੈ। ਇਹ ਰਾਜਨੀਤਿਕ ਤੌਰ ਦੇ ਉੱਤੇ ਲੱਗਦਾ ਸਾਨੂੰ ਐ ਵੀ ਲੋਕਾਂ ਦੀ ਯਾਦਦਾਸ਼ਤ ਖਤਮ ਹੋ ਗਈ ਬਿਲਕੁਲ, ਵੀ ਅਸੀਂ ਫੈਸਲਾ ਬਦਲਿਆ ਤੇ ਸਾਰਾ ਕੁਝ ਡਿਲੀਟ ਹੋ ਗਿਆ ਲੋਕਾਂ ਦੇ ਮਨਾਂ 'ਚੋਂ। ਲੋਕਾਂ ਦੇ ਮਨਾਂ 'ਚੋਂ ਡਿਲੀਟ ਨਹੀਂ ਹੁੰਦਾ ਜੀ, ਲੋਕਾਂ ਦੀ ਮੈਮਰੀ ਬੜੀ ਲੰਬੀ ਹੈ ਜੀ। ਇਸ ਕਰਕੇ ਸਾਡੇ ਲੀਡਰਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਪਾਸਾ ਪਲਟ ਕੇ ਤੇ ਜਿਹੜੀ ਹੈਗੀ ਆ ਲੋਕਾਂ ਦੀ ਮੈਮਰੀ ਨੂੰ ਡਿਲੀਟ ਕਰ ਦਿਆਂਗੇ। ਲੋਕਾਂ ਦੀ ਮੈਮਰੀ 'ਚ ਸਾਰਾ ਕੁਝ ਹੈ ਜੀ, ਕਿ ਇੱਥੇ ਤੁਸੀਂ ਬੜੀ ਵੱਡੀਆਂ ਪੋਜੀਸ਼ਨਾਂ ਸੀ, ਬਰਾਬਰ ਦੀ ਤੁਹਾਡੇ 'ਤੇ ਜ਼ਿੰਮੇਵਾਰੀ ਹੈ। ਜੇ ਤੁਸੀਂ ਜ਼ਿੰਮੇਵਾਰੀ ਸਰਦਾਰ ਸੁਖਬੀਰ ਸਿੰਘ ਬਾਦਲ 'ਤੇ ਪਾਉਂਦੇ ਹੋ, ਜੇ ਤੁਸੀਂ ਜ਼ਿੰਮੇਵਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ 'ਤੇ ਪਾਉਂਦੇ ਹੋ ਤਾਂ ਉਨੀ ਹੀ ਬਰਾਬਰ ਦੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਦੇ ਉੱਤੇ ਪਏਗੀ। ਚਲੋ, ਉਹਨਾਂ ਦੀ ਜ਼ਿੰਮੇਵਾਰੀ ਵੀ ਉਨੀ ਹੈ ਜੇ ਉਹ ਇਸ ਤਰ੍ਹਾਂ ਮੰਨਦੇ ਆ। ਬਿਲਕੁਲ। ਹੁਣ ਗੱਲ ਲੋਕਾਂ ਦੀ ਯਾਦਦਾਸ਼ਤ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ ਅਮਿਤਾਭ ਬੱਚਨ ਵੱਲੋਂ 2 ਕਰੋੜ ਰੁਪਈਆ ਦਿੱਤਾ ਗਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਚੈੱਕ ਰਾਹੀਂ ਦਿੱਤਾ ਜਾਂ ਕਿਸੇ ਵੀ ਤਰੀਕੇ ਦਿੱਤਾ। ਉਸ ਤੋਂ ਪਹਿਲਾਂ 10 ਕਰੋੜ ਹੋਰ ਵੀ ਦਿੱਤਾ। ਉੱਥੇ ਬੜੇ ਇਤਰਾਜ਼ ਹੋ ਰਹੇ ਨੇ ਕਿ ਉਹ ਜਦੋਂ ਆਪਣੀ ਨਸਲਕੁਸ਼ੀ ਹੋਈ ਦਿੱਲੀ ਦੇ ਵਿੱਚ, ਉਦੋਂ ਅਮਿਤਾਭ ਬੱਚਨ ਉਹਨਾਂ ਕਾਂਗਰਸੀ ਆਗੂਆਂ ਦੇ ਨਾਲ ਸੀ ਜਦੋਂ ਜਿਹੜੇ ਬੰਦੇ ਇਹ ਨਾਅਰੇ ਲਾ ਰਹੇ ਸੀਗੇ ਕਿ ਸਿੱਖਾਂ ਨੂੰ ਇਸ ਦਾ ਜਵਾਬ ਦੇਣਾ ਪੈਣਾ, ਉਹਨਾਂ ਦੇ ਖੂਨ ਦੇ ਛਿੱਟੇ ਵੀ ਉਸ ਤੱਕ ਜਾਣੇ ਚਾਹੀਦੇ ਨੇ। ਉਹ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਉਹ ਜਿਹੜਾ ਦਸਵੰਧ ਹੈ ਉਹ ਲੈਣਾ ਵਾਜਿਬ ਸੀ ਜਾਂ ਕੋਈ ਉਹ ਸਿੱਖ ਕੌਮ ਦੇ ਵਿੱਚ ਰੋਸ ਹੈ ਕਿ ਨਹੀਂ? ਮੈਂ ਤੁਹਾਨੂੰ ਤਾਂ ਪੁੱਛ ਰਿਹਾ ਕਿ ਜਿਹੜੀਆਂ ਸਿੱਖ ਕੌਮ ਦੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਦੇ ਮੋਹਰੀ ਸੰਸਥਾਵਾਂ ਨੇ, ਉਹਨਾਂ 'ਚ ਪ੍ਰਭਾਵ ਆ ਸ਼੍ਰੋਮਣੀ ਅਕਾਲੀ ਦਲ ਦਾ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਪਹਿਲਾਂ ਤਾਂ ਇਹ ਦੱਸੋ। ਦੇਖੋ ਗੱਲ ਇਹ ਹੈ ਕਿ ਜਿਹੜਾ ਦਾਨ ਦਿੱਤਾ ਜਾਂਦਾ ਨਾ, ਉਹ ਗੁਰੂ ਨੂੰ ਦਿੱਤਾ ਜਾਂਦਾ ਜੀ। ਕਿਸੇ ਬੰਦੇ ਨੂੰ ਕੋਈ ਦਾਨ ਨਹੀਂ ਦਿੰਦਾ, ਭਾਵੇਂ ਕੋਈ ਪ੍ਰਧਾਨ ਹੋਵੇ, ਕੋਈ ਮਹਾ ਪ੍ਰਧਾਨ ਹੋਵੇ, ਕੋਈ ਛੋਟਾ ਪ੍ਰਧਾਨ ਹੋਵੇ ਜੀ। ਗੁਰੂ ਘਰ ਹਮੇਸ਼ਾ ਸਾਰਿਆਂ ਵਾਸਤੇ ਖੁੱਲ੍ਹਾ ਰਿਹਾ ਜੀ। ਔਰ ਕੋਈ ਵੀ ਆ ਕੇ ਉੱਥੇ ਮੱਥਾ ਟੇਕ ਸਕਦਾ ਹੈ, ਕੋਈ ਵੀ ਉੱਥੇ ਆ ਕੇ ਆਪਣਾ ਦਾਨ ਦੇ ਸਕਦਾ। ਹਾਂਜੀ। ਦੂਜੀ ਗੱਲ ਇਹ ਹੈ ਕਿ ਜਿਹੜੇ ਰੌਲਾ ਪਾ ਰਹੇ ਆ, ਮਨਜਿੰਦਰ ਸਿੰਘ ਸਰਸਾ ਤਾਂ ਹੁਣ ਪ੍ਰਧਾਨ ਬਣੇ ਜੀ। ਇਸ ਤੋਂ ਪਹਿਲਾਂ ਮਨਜੀਤ ਸਿੰਘ ਜੀ ਕੇ ਲੰਬਾ ਸਮਾਂ ਸਾਡੇ ਹੀ ਪਾਰਟੀ ਦੇ ਵੱਲੋਂ ਪ੍ਰਧਾਨ ਰਹੇ।
ਉਹ ਤੋਂ ਪਹਿਲਾਂ ਸਰਦਾਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਰਹੇ ਆ ਜੀ। ਉਸ ਤੋਂ ਪਹਿਲਾਂ ਸਰਦਾਰ ਹਰਵਿੰਦਰ ਸਿੰਘ ਸਰਨਾ ਪ੍ਰਧਾਨ ਰਹੇ ਆ ਜੀ। ਇਹ ਤਾਂ ਚੌਥੇ ਨੰਬਰ ਤੇ ਪ੍ਰਧਾਨ ਹੈ ਜਿਹੜੇ ਸਰਸਾ ਸਾਹਿਬ। ਪਹਿਲੇ ਤਿੰਨਾਂ ਪ੍ਰਧਾਨਾਂ ਨੂੰ ਮੈਂ ਪੁੱਛਦਾ ਕਿ ਇੰਨਾ ਲੰਬਾ ਸਮਾਂ ਦਿੱਲੀ ਦੇ 84 ਦੇ ਕੇਸ ਲੜਦਿਆਂ ਨੂੰ ਸਾਡੀ ਪਾਰਟੀ ਨੂੰ ਹੋ ਗਿਆ, ਤੁਸੀਂ ਕਦੀ ਕੋਈ ਅਮਿਤਾਭ ਬੱਚਨ ਦੇ ਖਿਲਾਫ ਕਿਸੇ ਨੇ ਕੋਈ ਸਟੇਟਮੈਂਟ ਦਿੱਤੀ ਜਾਂ ਕਦੀ ਕੋਈ ਐਫੀਡੈਵਿਟ ਦਿੱਤਾ ਜਾਂ 13-14 ਕਮਿਸ਼ਨ ਬਣੇ ਆ, ਕਦੀ ਤੁਹਾਡੇ ਚੋਂ ਕਿਸੇ ਨੇ ਉਹਦੇ ਅੱਗੇ ਜਾ ਕੇ ਪੇਸ਼ ਹੋ ਕੇ ਕੋਈ ਸਬੂਤ ਉਹਦੇ ਖਿਲਾਫ ਪੇਸ਼ ਕੀਤਾ? ਨਹੀਂ, ਮੈਂ ਥੋੜਾ ਇੱਥੇ ਰੁਕਣਾ ਚਾਹੁੰਦਾ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਨਾ, ਕਿਉਂਕਿ ਇਹ ਮਸਲਾ ਦਿੱਲੀ ਕਮੇਟੀ ਦਾ, ਇਹ ਤੁਸੀਂ ਮੈਨੂੰ ਪੁੱਛ ਰਹੇ ਹੋ, ਮੈਂ ਤਾਂ ਉਹਦੇ 'ਤੇ ਬੈਟਰ ਹੋਊਗਾ ਕਿ ਤੁਸੀਂ ਉਹਨਾਂ ਨਾਲ ਗੱਲ ਕਰੋ, ਤੁਹਾਨੂੰ ਸਾਰੇ ਦੇਣਗੇ। ਪਰ ਇਹਨਾਂ ਨੂੰ ਮੈਂ ਕਾਊਂਟਰ ਕੁਐਸਚਨ ਜ਼ਰੂਰ ਕਰਦਾ ਜੀ, ਕਿਉਂਕਿ ਦਿੱਲੀ ਦੇ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੀ ਇਲੈਕਸ਼ਨ ਚੱਲ ਰਹੀ ਹੈ ਜੀ। ਵੋਟਾਂ ਪੈਣੀਆਂ ਸੀ, ਆ ਕੋਵਿਡ ਕਰਕੇ ਅੱਗੇ ਹੋਇਆ, ਅਦਰਵਾਈਜ਼ ਪ੍ਰਚਾਰ ਜਿਹੜਾ ਹੈਗਾ ਦਿੱਲੀ ਕਮੇਟੀ ਦਾ ਹੋ ਚੁੱਕਿਆ। ਸਰਸਾ ਸਾਹਿਬ ਇੱਕ ਧਿਰ ਹੈ, ਇਹ ਦੂਜੇ ਸਾਰੇ ਉਹਨਾਂ ਦੇ ਬਰਾਬਰ ਚੋਣ ਲੜ ਰਹੇ। ਪਰ ਮੈਂ ਤਿੰਨਾਂ ਨੂੰ ਪੁੱਛਦਾ ਜੀ ਕਿ ਸਭ ਤੋਂ ਪਹਿਲਾਂ ਤਾਂ ਇਹਨਾਂ ਤਿੰਨਾਂ ਨੂੰ ਜੋ ਹੁਣ ਤੱਕ ਜੇ ਕਹਿੰਦੇ ਆ ਕਿ ਦਿੱਲੀ 'ਚ ਅਮਿਤਾਭ ਬੱਚਨ ਕਸੂਰਵਾਰ ਸੀ, ਕੋਈ ਇਹਨਾਂ ਕੋਲ ਸਬੂਤ ਹੈ, ਤੇ ਇਹ 34-35 ਸਾਲ ਹੋ ਗਏ ਆ, ਇਹ ਸਾਰੇ ਪਾਵਰ 'ਚ ਰਹੇ ਆ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੇ ਤੌਰ 'ਤੇ ਜੀ। ਇਹਨਾਂ ਨੇ ਹੁਣ ਤੱਕ ਕੀ ਐਕਸ਼ਨ ਲਿਆ? ਜੀ, ਪਹਿਲਾਂ ਆਪਣਾ ਦੱਸਣਾ ਚਾਹੀਦਾ, ਫਿਰ ਦੂਜੇ ਦੇ ਉੱਤੇ ਦੋਸ਼ ਲਾਉਣਾ ਚਾਹੀਦਾ। ਤੁਸੀਂ ਤਿੰਨੇ ਤਾਂ ਪ੍ਰਧਾਨਗੀਆਂ ਕਰ ਗਏ ਜੀ, ਤਿੰਨੇ ਤੁਸੀਂ ਜਿਹੜੀ ਹੈਗੀ ਕੌਮ ਦੇ ਬੜੇ ਵੱਡੇ ਕ੍ਰੈਡਿਟ ਲੈਂਦੇ ਹੋ ਕਿ ਮੈਂ ਫਲਾਣੇ ਨੂੰ ਸਜ਼ਾ ਦਵਾਈ, ਮੈਂ ਫਲਾਣੇ ਨੂੰ ਸਜ਼ਾ ਦਵਾਈ, ਮੈਂ ਫਲਾਣੇ ਨੂੰ ਸਜ਼ਾ ਦਵਾਈ, ਫਲਾਣੇ ਕੇਸ ਲੜੇ। ਤੇ ਜੇ ਇਹ ਕੇਸ ਤੁਹਾਡੇ ਵਾਸਤੇ ਇੰਨਾ ਇੰਪੋਰਟੈਂਟ ਸੀ, ਤੁਸੀਂ ਲੜਿਆ ਕਿਉਂ ਨਹੀਂ? ਮੈਂ ਇਹਨਾਂ ਨੂੰ ਕਾਊਂਟਰ ਕੁਐਸਚਨ ਪੁੱਛਦਾ ਪਹਿਲਾਂ। ਮਨਜੀਤ ਸਿੰਘ ਜੀ ਕਿਤੇ ਇਹ ਕਹਿਣਾ ਜੀ ਕਿ ਉਹਨਾਂ ਨੇ 2017 'ਚ, ਤੁਸੀਂ ਮਨਜੀਤ ਸਿੰਘ ਸਿਰਸਾ ਦੀ ਗੱਲ ਕੀਤੀ ਹੈ, ਮਨਿੰਦਰ ਸਿੰਘ ਸਿਰਸਾ ਦੀ, ਵੀ ਉਹਨਾਂ ਨੇ ਕੀ ਪਹਿਲਾਂ 2017 'ਚ ਉਹਨੇ ਇੱਕ ਟਵੀਟ ਦੱਸਿਆ ਕਿ ਜਦੋਂ ਉਹਨਾਂ ਨੇ ਟਵੀਟ ਦੇ ਵਿੱਚ ਇਹ ਕਿਹਾ ਸੀਗਾ ਕਿ ਅਮਿਤਾਭ ਬੱਚਨ ਇਸ ਨਸਲਕੁਸ਼ੀ ਦੇ ਵਿੱਚ ਕਸੂਰਵਾਰ। ਦੂਸਰਾ ਉਹਨਾਂ ਨੇ ਨਹੀਂ, ਮੈਂ ਕਹਿੰਦਾ ਵੀ ਇਕੱਲੇ ਟਵੀਟ ਤੇ ਗੱਲ ਖਤਮ ਹੋ ਜਾਂਦੀ ਫਿਰ ਜੀ, ਉਹ ਵੀ ਕਿਤੇ ਇਹੋ ਜਿਹੇ ਪੋਲੀਟੀਕਲ ਹਾਲਾਤਾਂ 'ਚ ਕਿਤੇ ਕੀਤਾ ਹੋਊਗਾ। ਮੈਂ ਉਹਨਾਂ ਨੂੰ ਪੁੱਛਦਾ ਕਿ ਬਤੌਰ ਪ੍ਰਧਾਨ, ਹਾਂਜੀ, ਕਿਉਂਕਿ ਦਿੱਲੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੇ ਲੰਬੇ ਸਮੇਂ ਤੋਂ ਪੈਰਵੀ ਕਰਦੀ 1984 ਦੇ ਕੇਸਾਂ ਦੀ, ਜੀ, ਉਹ ਬਹੁਤ ਲੰਬਾ ਸਮਾਂ ਜੀਕੇ ਸਾਹਿਬ ਪ੍ਰਧਾਨ ਰਹਿ ਚੁੱਕੇ ਆ। ਸਰਸਾ ਸਾਹਿਬ ਤਾਂ ਹੁਣ ਬਣੇ ਜੀ। ਸਰਨਾ ਸਾਹਿਬ ਬਹੁਤ ਲੰਬਾ ਸਮਾਂ ਪ੍ਰਧਾਨ ਰਹੇ ਆ, ਉਹਨਾਂ ਦੇ ਦੂਜੇ ਬ੍ਰਦਰ ਹਰਵਿੰਦਰ ਸਿੰਘ ਸਰਨਾ ਉਹ ਬੜਾ ਲੰਬਾ ਸਮਾਂ ਪ੍ਰਧਾਨ ਰਹੇ ਆ। ਤੇ ਦੂਜੀ ਗੱਲ ਹੈ ਕਿ 1984 ਦਾ ਕਤਲੇਆਮ ਤੱਕ ਕੀਤਾ ਸੀ ਕਾਂਗਰਸ ਨੇ, ਤੇ ਸਰਨਾ ਸਾਹਿਬ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਐਡਵਾਈਜ਼ਰ ਨੇ ਜੀ। ਜਿਹੜੇ ਪ੍ਰਧਾਨ ਨੇ ਪੁਰਾਣੇ, ਇਹ ਤਾਂ ਕਾਂਗਰਸ ਦੇ ਐਡਵਾਈਜ਼ਰ ਬਣ ਗਏ ਜੀ, ਠੀਕ ਹੈ ਨਾ। ਤੇ ਹੁਣ ਇਤਰਾਜ਼ ਕਰਦੇ ਆ ਦੂਜਿਆਂ ਦੇ ਮੱਥਾ ਟੇਕਣ ਤੇ। ਇਹ ਸਰਨਾ ਸਾਹਿਬ ਆਪਣਾ ਰੋਲ ਕਿਵੇਂ ਐਕਸਪਲੇਨ ਕਰਦੇ ਆ ਕਿ ਜਿਸ ਕਾਂਗਰਸ ਨੇ 1984 ਦਾ ਕਤਲੇਆਮ ਕੀਤਾ, ਉਸ ਕਾਂਗਰਸ ਦੇ ਵਿੱਚ ਜਿਹੜੇ ਆ ਦਿੱਲੀ ਕਮੇਟੀ ਦਾ ਸਾਬਕਾ ਪ੍ਰਧਾਨ ਧਾਰਮਿਕ ਐਡਵਾਈਜ਼ਰ ਹੋਵੇ। ਇਸ ਗੱਲ ਨੂੰ ਕਿਉਂ ਨਹੀਂ ਮਨਜੀਤ ਸਿੰਘ ਜੀ ਕੇ ਚੈਲੰਜ ਕਰਦੇ ਤੇ ਬਾਕੀ ਇਹਨਾਂ ਦੇ ਨਾਲ ਦੇ ਕਿ ਆਪਣੀ ਪਾਰਟੀ ਨੇ ਅਟੈਚ ਵੀ ਰਹੇ? ਨਹੀਂ, ਮਨਜੀਤ ਸਿੰਘ ਜੀ ਕੇ ਸਾਡੀ ਪਾਰਟੀ ਨਾਲ ਰਿਹਾ। ਮੈਂ ਤਾਂ ਕਿਹਾ, ਮੈਂ ਹੀ ਪੁੱਛ ਰਿਹਾ ਵੀ ਸਾਡੀ ਪਾਰਟੀ ਦੇ ਪ੍ਰਧਾਨ ਰਹੇ ਹੋ ਤੁਸੀਂ, ਹਾਂਜੀ ਹਾਂਜੀ, ਦਿੱਲੀ ਕਮੇਟੀ ਦੇ ਸਾਡੇ ਵੱਲੋਂ ਰਹੇ ਹੋ। ਮੈਂ ਤਾਂ ਇਹੀ ਕਹਿ ਰਿਹਾ ਕਿ ਇੰਨਾ ਲੰਬਾ ਸਮਾਂ ਤੁਹਾਨੂੰ ਮੌਕਾ ਮਿਲਿਆ ਸੀ, ਤੁਸੀਂ ਇਹ ਇਸ਼ੂ ਨੂੰ ਲੌਜੀਕਲ ਕਨਕਲੂਜਨ ਤੱਕ ਕਿਉਂ ਨਹੀਂ ਲੈ ਕੇ ਗਏ? ਜੇ ਇਹ ਇਸ਼ੂ ਇੰਨਾ ਸੀਰੀਅਸ ਸੀਗੀ, ਇੰਨੇ ਵੱਡੇ ਕੋਈ ਤੁਹਾਡੇ ਕੋਲ ਸਬੂਤ ਸੀਗੇ ਜੀ, ਤੇ ਤੁਸੀਂ ਸੀਰੀਅਸਲੀ ਲੈ ਕੇ ਕਿਉਂ ਨਹੀਂ ਗਏ? ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਇੱਕ ਆਪਣੀ ਉਹ ਅਰਜੀ ਦਾਖਲ ਕੀਤੀ ਹੈ ਕਿ ਸਾਨੂੰ ਇਹ ਦੱਸਿਆ ਜਾਵੇ ਕਿ ਇਹ ਵਾਪਸ ਕਰੇ। ਇੱਕ ਉਹਨਾਂ ਨੇ ਹੋਰ ਵੀ ਗੱਲ ਕੀਤੀ ਹੈ, ਜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਉਹਨਾਂ ਨੂੰ ਸਮਾਂ ਮਿਲਦਾ ਸੇਵਾ ਕਰਨ ਦਾ ਤਾਂ ਉਹ 2 ਕਰੋੜ ਰੁਪਏ ਜੋ ਵੀ ਹੈ ਉੱਥੋਂ ਦੇਣਗੇ। ਪਰ ਇੱਕ ਉਹਨਾਂ ਨੇ ਇੱਕ ਹੋਰ ਕਿਹਾ ਹੈ ਅਕਾਲ ਤਖਤ ਤੇ ਜਾਣ ਤੋਂ ਬਾਅਦ ਗੋਲਕ ਦੇ ਮਾਮਲੇ 'ਚ ਇਹਨਾਂ ਦਾ ਹੱਥ ਬਹੁਤ ਖੁੱਲ੍ਹਾ। ਅੱਛਾ ਜੀ, ਅੱਗੇ ਵੀ ਗੋਲਕ ਨੂੰ ਚੰਗਾ ਹੱਥ ਪਾਇਆ। ਗੋਲਕ 'ਚੋਂ ਕੱਢ ਕੇ ਦੇਣਾ ਬੜਾ ਸੌਖਾ, ਗੋਲਕ 'ਚੋਂ ਲੈ ਕੇ ਘਰ ਜਾਣਾ ਬਹੁਤ ਸੌਖਾ ਜੀ। ਜ਼ਿਆਦਾ ਜੇਬ 'ਚ ਦਿਓ ਨਾ, ਫਿਰ ਤੁਸੀਂ ਇੰਨੇ ਵੱਡੇ ਸਿੱਖ ਉੱਤੇ ਹੁਣੇ ਦੇ ਦਿਓ ਆਪਣੀ ਜੇਬ 'ਚੋਂ ਵੀ ਨਹੀਂ ਮੈਂ ਦੂਜਾਪੀ ਇਹ ਬੋਰਡ ਦੇ ਉੱਤੇ ਮੈਂ ਪਾ ਰਿਹਾ। ਗੋਲਕ 'ਚੋਂ ਤੇ ਜਿਹਦਾ ਹੱਥ ਟਿਕਿਆ ਨਾ, ਉਹਨੂੰ ਲੱਗਦਾ ਬੜਾ ਸੌਖਾ, ਇੱਥੋਂ ਕੱਢ ਕੇ ਫੜਾ ਹੀ ਦੇਣਾ ਨਾ। ਪੈਸਾ ਤਾਂ ਤੁਹਾਡੇ ਘਰੋਂ ਤਾਂ ਨਹੀਂ ਦੇਣਾ ਨਾ। ਹਾਂ, ਨਹੀਂ ਇਸ ਗੱਲ ਤਾਂ ਹੈ ਨਾ ਵੀ ਮੈਨੂੰ ਭਾਵੇਂ ਆਪਣਾ ਕੋਈ ਵੇਚਣਾ ਪਵੇ, ਮੈਂ 2 ਕਰੋੜ ਮੋੜ ਕੇ ਆ ਰਿਹਾ, ਫਿਰ ਤਾਂ ਕੋਈ ਕੌਮ ਵਾਹਵਾ ਕਰੇ ਵੀ ਬੜੀ ਵੱਡੀ ਗੱਲ ਕੀਤੀ ਹੈ। ਇਸ ਗੱਲ ਤੇ ਵੀ ਸੰਗਤ ਨੇ ਮੱਥਾ ਟੇਕਣਾ ਤੇ ਮੈਂ 2 ਕਰੋੜ ਜਾ ਕੇ ਤੇ ਵਿੱਚੋਂ ਉਹਨੂੰ ਚੱਕ ਕੇ ਫੜਾ ਦੇਣਾ, ਬੜੀ ਵਾਹਵਾ ਵਾਲੀ ਗੱਲ ਹੈ ਤੁਹਾਡੀ। ਹਾਂ, ਸੁਣੋ ਤਾਂ ਸਹੀ। ਮਨਜਿੰਦਰ ਸਿੰਘ ਸਿਰਸਾ ਨੇ ਇਸ ਗੱਲ ਦਾ ਜਵਾਬ ਵੀਡੀਓ ਜਾਰੀ ਕਰਕੇ ਕੀਤਾ ਸੀਗਾ ਕਿ ਕੋਵਿਡ ਦੇ ਉਹ ਥੋੜਾ ਹਜੇ ਗ੍ਰਸਤ ਹੋ ਗਏ ਸੀ ਉਹਨਾਂ ਨੇ, ਉਹ ਇਸ ਕਰਕੇ ਵੀਡੀਓ ਜਾਰੀ ਕਰਕੇ ਇਹਨਾਂ ਨੇ ਇਸ ਗੱਲ ਦਾ ਜਵਾਬ ਦਿੱਤਾ ਸੀ। ਉਸ ਤੋਂ ਬਾਅਦ ਅਕਾਲ ਤਖਤ ਜਦੋਂ ਗਏ ਨੇ ਉਹ ਆਪਣੀ ਐਪਲੀਕੇਸ਼ਨ ਦੇ, ਉੱਥੇ ਉਹਨਾਂ ਨੇ ਇਹ ਐਲਾਨ ਕੀਤਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਵੱਖਰਾ ਅਕਾਊਂਟ ਬਣਾਵੇ ਇਸ ਵਿਸ਼ੇ ਦੇ ਵਿੱਚ। ਸਭ ਤੋਂ ਪਹਿਲਾਂ ਜਾਗੋ ਉਹਨਾਂ ਦੀ ਕੋਈ ਹੈ ਪਾਰਟੀ ਬਣਾਈ ਹੋਈ, ਉਹਦੇ 'ਚ ਸਭ ਤੋਂ ਪਹਿਲਾਂ 5 ਲੱਖ ਰੁਪਏ ਅਸੀਂ ਦਵਾਵਾਂਗੇ ਕਿ ਸੰਗਤ ਨਹੀਂ ਚਾਹੁੰਦੀ ਕਿ ਇਹ ਪੈਸਾ ਲਿਆ ਜਾਵੇ। ਅਕਾਲ ਤਖਤ ਦੇ ਫੈਸਲੇ ਤੋਂ ਬਾਅਦ ਇੱਕ ਵੱਖਰੀ ਗੱਲ ਹੈ ਕਿ ਉਹ ਕੀ ਹੁੰਦਾ, ਇਹ ਪਹਿਲਾਂ ਹੀ ਇਹ ਕਹਿਣਾ ਚਾਹੁੰਦੇ ਸੀ, ਉਹਨਾਂ ਨੇ ਮੰਗ ਕੀਤੀ ਹੈ। ਦੇਖੋ, ਇਹਨਾਂ ਦੀ ਇਮਾਨਦਾਰੀ ਦੀਆਂ ਅੱਗੇ ਬਹੁਤ ਧੁੰਮਾਂ ਪਈਆਂ। ਹਾਂਜੀ, ਹੁਣ ਉਹ 2 ਕਰੋੜ ਦੇ ਨਾਂ ਤੇ ਨਵਾਂ ਫੰਡ ਇਕੱਠਾ ਕਰਨਾ ਸ਼ੁਰੂ ਕਰ ਦੇਣ, ਸੰਗਤ ਤੇ ਸਿੱਖ ਕੌਮ ਤੇ ਮਾੜਾ ਮੋਟਾ ਤਰਸ ਕਰ। ਅੱਛਾ ਜੀ, ਅਕਾਲ ਤਖਤ ਸਾਹਿਬ ਤੋਂ ਉਹਨਾਂ ਨੇ ਅਰਜ਼ੀ ਭੇਜੀ ਹੈ, ਅਕਾਲ ਤਖਤ ਸਾਹਿਬ ਸੁਪਰੀਮ ਹੈ ਮੇਰੇ ਖਿਆਲ। ਉਸ ਤੋਂ ਬਾਅਦ ਮੇਰਾ ਬੋਲਣਾ ਵੀ ਨਹੀਂ ਬਣਦਾ, ਉਹ ਆਪਣੇ ਆਪ ਜੋ ਉਹਨਾਂ ਨੂੰ ਸਹੀ ਲੱਗਦਾ ਹੋਇਆ ਉਹ ਫੈਸਲਾ ਕਰਨਗੇ।
ਪਰ ਮੈਂ ਸਮਝਦਾ ਕਿ ਇਸ ਵੇਲੇ ਜਿਹੜੀ ਹੈ ਗੁਰਦੁਆਰਾ ਕਮੇਟੀਆਂ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ, ਜਿਹੜੀ ਦਿੱਲੀ ਕਮੇਟੀ ਵੀ ਨਿਭਾ ਰਹੀ ਹੈ। 400 ਬੈੱਡ ਦਾ ਕੋਵਿਡ ਸੈਂਟਰ ਵੀ ਉਹਨਾਂ ਨੇ ਬਣਾਇਆ, ਪਹਿਲਾਂ ਡਾਇਲਸਿਸ ਸੈਂਟਰ ਬਣਾਇਆ, ਲੰਗਰ ਦੀ ਸੇਵਾ ਮਹਾਂਮਾਰੀ ਦੇ ਵਿੱਚ ਬੜੀ ਵੱਡੀ ਉਹਨਾਂ ਨੇ ਦਿੱਲੀ ਸ਼ਹਿਰ ਦੀ ਕੀਤੀ ਹੈ। ਇਸ ਵੇਲੇ ਇਹ ਗੱਲਾਂ ਕਰਨ ਦਾ ਸਮਾਂ ਨਹੀਂ ਸੀ। ਇਸ ਵੇਲੇ ਜਿਹੜੀ ਸਾਨੂੰ ਗੁਰੂ ਨੇ ਸਿੱਖਿਆ ਦਿੱਤੀ ਹੈ ਸੇਵਾ ਕਰਨ ਦੀ, ਸੰਗਤ ਦੀ, ਰੋਗੀਆਂ ਦੀ, ਉਹ ਸੇਵਾ ਵਾਲੇ ਪਾਸੇ ਜੇ ਕੇਂਦਰਿਤ ਕਰਦੇ ਜੀ.ਕੇ. ਸਾਹਿਬ ਨਾਲ ਰੱਖ ਕੇ ਤਾਂ ਜ਼ਿਆਦਾ ਅੱਛਾ ਲੱਗਦਾ। ਵਿਵਾਦ ਖੜੇ ਕਰਨੇ ਬੜੇ ਸੌਖੇ ਹੁੰਦੇ ਨੇ। ਕਿਸੇ ਤੁਸੀਂ ਮੈਂਬਰ ਹੋ ਕਮੇਟੀ ਦੇ, ਬਾਅਦ ਦੇ ਵਿੱਚ ਤੁਹਾਡੇ ਇਹਦੀਆਂ ਮੀਟਿੰਗਾਂ ਹੋਣਗੀਆਂ ਜਿਹੜੀਆਂ ਹੋਸਤੀਆਂ, ਉੱਥੇ ਤੁਹਾਡੇ ਕੋਲ ਰੇਜ਼ ਕਰਨ ਦੇ ਬੜੇ ਮੌਕੇ ਜੀ। ਜੋ ਚੀਜ਼ਾਂ ਹੈ ਨੇ ਸਾਰਾ ਕੁਝ ਰਿਕਾਰਡ 'ਤੇ ਨੇ, ਤੁਸੀਂ ਉੱਥੇ ਆਪਣੀ ਮੀਟਿੰਗਾਂ 'ਚ ਕਰ ਲਿਓ। ਪਰ ਇਹ ਗੰਦਗੀ ਜਿਸ ਤਰੀਕੇ ਉਹਨਾਂ ਨੇ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ, ਗੁਰੂ ਘਰਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਦੇ ਪਿੱਛੇ ਉਹਨਾਂ ਦੀ ਜਿਹੜੀ ਮਨਸ਼ਾ ਸੀ, ਉਹ ਜਿਹੜੀ ਇਲੈਕਸ਼ਨ ਹੈ ਜਿਹਦੀਆਂ ਵੋਟਾਂ ਹਾਲੇ ਪੈਣੀਆਂ ਨੇ ਕੋਡ ਕਰਕੇ ਰੁਕੀਆਂ, ਇਹ ਗੰਦੀ ਰਾਜਨੀਤੀ ਇਹਨਾਂ ਨੂੰ ਨਹੀਂ ਸੀ ਕਰਨੀ ਚਾਹੀਦੀ। ਯਾਨੀ ਕਿ ਜਦੋਂ ਅਕਾਲ ਤਖਤ ਸਾਹਿਬ ਤੇ ਤੁਹਾਨੂੰ ਜੇ ਐਪਲੀਕੇਸ਼ਨ ਭੇਜੀ ਹੈ ਪਹਿਲਾਂ ਭੇਜ ਦਿੰਦੇ। ਹਾਂਜੀ, ਉਹੀ ਸਾਡੀ ਇੱਕ ਥਾਂ ਹੈ ਜਿੱਥੇ ਕੋਈ ਵਿਵਾਦ ਹੋਵੇ ਆਪਸ ਦੇ ਵਿੱਚ ਤੇ ਹੱਲ ਕੀਤੇ ਜਾਂਦੇ ਆ, ਤੇ ਆਰਾਮ ਨਾਲ ਇਹਨਾਂ ਨੂੰ ਇਸ ਮੌਕੇ ਜਿਹੜੇ ਸੇਵਾ ਵਾਲੇ ਪਾਸੇ ਕੰਮ ਨੇ ਉੱਥੇ ਧਿਆਨ ਦੇਣਾ ਚਾਹੀਦਾ ਸੀ। ਇਹ ਕੰਮ ਇਸ ਵੇਲੇ ਮੇਰਾ ਖਿਆਲ ਨਹੀਂ ਕਿ ਇਹਦੀ ਇੰਨੀ ਪ੍ਰਾਇੋਰਟੀ ਬਣਦੀ ਸੀ ਕਿ ਇਸ ਕੰਮ ਵਾਲੇ ਪਾਸੇ ਤੁਸੀਂ ਇਲੈਕਸ਼ਨ ਲੜਨ ਲੱਗ ਜਾਂਦੇ ਇਸ ਇਸ਼ੂ ਨੂੰ ਲੈ ਕੇ। ਉਹ ਕੋਈ ਮੇਰੇ ਖਿਆਲ ਨਹੀਂ ਕਿ ਸਿੱਖ ਸੰਗਤਾਂ ਨੇ ਵੀ ਚੰਗਾ ਮਹਿਸੂਸ ਕੀਤਾ। ਅਕਾਲ ਤਖਤ ਸਾਹਿਬ ਤੇ ਮਸਲਾ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਫੈਸਲਾ ਕਰ ਦੇਣਗੇ ਉਹ ਠੀਕ ਹੈ। ਤੁਹਾਡੇ ਗੱਲਬਾਤ ਤੋਂ ਇਹ ਲੱਗ ਰਿਹਾ ਕਿ ਜਿਹੜੀ ਉਹਨਾਂ ਦੀ ਚੋਣਾਂ ਨੂੰ ਲੈ ਕੇ ਇੱਕ ਉਠਾਏ ਗਏ ਮੁੱਦੇ ਬੇਵਜ੍ਹਾ ਜਿਨ੍ਹਾਂ ਦਾ ਕੋਈ ਗੱਲ ਨਹੀਂ ਕੀ ਬਣਦੀ। ਨਹੀਂ, ਮੈਂ ਬੜਾ ਸਪਸ਼ਟ ਹਾਂ ਜੀ ਕਿ ਇਹ ਮੁੱਦਾ ਉਹ ਕਹਿ ਰਹੇ ਨੇ 1984 ਦਾ, ਉਦੋਂ ਬਾਅਦ ਉਹ ਬੜਾ ਲੰਬਾ ਸਮਾਂ ਪ੍ਰਧਾਨ ਰਹੇ ਨੇ ਸਾਰੇ ਜੀ, ਤਿੰਨੇ ਹੀ ਜਿਹੜੇ ਗੱਲ ਕਰਨੇ ਤਿੰਨੇ ਹੀ ਪ੍ਰਧਾਨ ਰਹੇ ਨੇ ਜੀ, ਠੀਕ ਹੈ ਨਾ। ਔਨ ਰਿਕਾਰਡ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਉਹਨਾਂ ਦੀ ਕਾਰਵਾਈ ਕੀ ਸੀ ਜੀ। ਇਹ ਮੈਂ ਬੜਾ ਲੌਜੀਕਲ ਕੁਐਸਚਨ ਪੁੱਛ ਰਿਹਾ। ਨਹੀਂ ਠੀਕ ਹੈ ਤੁਹਾਡੀ ਗੱਲ, ਮਤਲਬ ਵੀ ਤੁਸੀਂ ਤੇ ਉਹ ਤਾਂ ਹੁਣ ਚੌਥੇ ਨੰਬਰ ਤੇ ਤੁਹਾਡੇ ਤੋਂ ਬਾਅਦ ਬਣੇ ਨਾ। ਹਾਂਜੀ ਹਾਂਜੀ, ਇਸ ਕਰਕੇ ਇਹ ਜਿਹੜੇ ਇਸ਼ੂ ਰੇਜ਼ ਕਰਨ ਤੋਂ ਪਹਿਲਾਂ ਆਪਣੀ ਅੰਦਰ ਵੀ ਝਾਤੀ ਮਾਰਨੀ ਚਾਹੀਦੀ ਹੈ। ਯਾਨੀ ਕਿ ਉਹਨਾਂ ਨੂੰ ਆਪਦੇ ਸਮੇਂ ਕਰ ਲੈਣਾ ਚਾਹੀਦਾ ਸੀ ਜੈਸੀ। ਹਾਂ, ਜੇ ਗੱਲ ਨਹੀਂ ਕੱਲਾ ਕਰ ਨਹੀਂ ਲੈਣਾ ਚਾਹੀਦਾ ਸੀ। ਜੇ ਉਹਨਾਂ ਕੋਲ ਐਡੇ ਵੱਡੇ ਸਬੂਤ ਸੀ ਉਹਨਾਂ ਨੂੰ ਕਮਿਸ਼ਨਰ ਸਾਹਮਣੇ ਪੇਸ਼ ਕਰਨੇ ਚਾਹੀਦੇ ਸੀ। ਇਹ ਤਾਂ ਫਿਰ ਉਹਨਾਂ ਨੇ ਧੋਖਾ ਕੀਤਾ ਕਿ ਜੇ ਉਹਨਾਂ ਕੋਲ ਸਬੂਤ ਸੀਗੇ ਤੇ ਉਹਨਾਂ ਨੇ ਕੋਲ ਰੱਖੇ ਆ, ਤਾਂ ਬਹੁਤ ਵੱਡਾ ਧੋਖਾ ਜੀ। ਹੁਣ ਆਪਾਂ ਪੰਜਾਬ 'ਤੇ ਆਈਏ। ਪੰਜਾਬ ਦੀ ਸਿਆਸਤ ਸਮੇਂ ਤੋਂ ਪਹਿਲਾਂ ਗਰਮਾ ਗਈ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ। ਇਹ ਹਾਲਾਤ ਕੈਸੇ ਧਰਮ ਨਾਲ ਜੁੜੇ ਹੋਏ ਹਾਲਾਤ ਵੀ ਨੇ, ਕਿਸਾਨੀ ਨਾਲ ਜੁੜੇ ਹਾਲਾਤ ਵੀ ਨੇ। ਇਸ ਨੂੰ ਲੈ ਕੇ ਹਰੇਕ ਸਿਆਸੀ ਧਿਰ ਆਪਣੇ ਪੰਜਾਬ ਦੇ ਸਿੱਖਾਂ ਦੇ ਵਿੱਚ ਆਪਦੀ ਸਥਾਨ ਲੋੜਦੇ ਹੈ ਸੱਤਾ ਦੇ ਲਈ। ਹੁਣ ਆਪਾਂ ਵੀ ਇਸ ਲੜੀ ਦੇ ਵਿੱਚ ਹੀ ਕਾਫੀ ਸਮੇਂ ਤੋਂ ਆਪਾਂ 6 ਦੇ ਕਰੀਬ ਉਮੀਦਵਾਰ ਐਲਾਨ ਦਿੱਤੇ ਹੈ। ਉੱਥੇ ਸਥਾਨਕ ਕਈ ਵਾਰੀ ਵਿਰੋਧ ਵੀ ਹੋਇਆ ਕੁਛ ਤਰ੍ਹਾਂ ਦਾ। ਉਹ ਤੁਸੀਂ ਐਡਵਾਂਸ ਕਿਵੇਂ ਇੰਨਾ ਅਗਾਊਂ ਕਿਵੇਂ ਕਰਦਾ ਹੈ? ਇਹ ਤਾਂ ਪਾਰਟੀ ਦੀ ਆਪਣੀ ਮਰਜ਼ੀ ਹੈ। ਪਾਰਟੀ ਆਥੋਰਾਈਜ਼ਡ ਹੈ ਕਿ ਕਿਸੇ ਜਗ੍ਹਾ 'ਤੇ ਬਹੁਤ ਜਗ੍ਹਾ 'ਤੇ ਤਾਂ ਪਾਰਟੀ ਦਾ ਇੱਕ ਅੰਡਰਸਟੂਡ ਹੁੰਦਾ ਜੀ। ਕੁਛ ਚੀਜ਼ਾਂ ਦੇ ਉੱਤੇ ਪਾਰਟੀ ਦੇ ਪੁਰਾਣੇ ਐਸਟੈਬਲਿਸ਼ਡ ਲੀਡਰ ਇਲੈਕਸ਼ਨਾਂ ਲੜਦੇ ਆ। ਉਹ ਸਾਡੇ ਵਿਰੋਧੀਆਂ ਨੂੰ ਵੀ ਪਤਾ ਹੁੰਦਾ, ਸਾਡੀ ਪਾਰਟੀ ਨੂੰ ਵੀ ਪਤਾ ਹੁੰਦਾ, ਮੀਡੀਆ ਨੂੰ ਵੀ ਪਤਾ ਹੁੰਦਾ, ਸਾਰਿਆਂ ਨੂੰ ਪਤਾ ਹੁੰਦਾ ਕਿ ਰਸਮੀ ਐਲਾਨ ਹੀ ਹੋਣੇ ਹੁੰਦੇ ਜੀ। ਕੁਛ ਥਾਵਾਂ ਦੇ ਉੱਤੇ ਜ਼ਰੂਰਤ ਹੁੰਦੀ ਹੈ ਗੰਭੀਰਤਾ ਦੇ ਨਾਲ ਜਿਹੜੀ ਹੈ ਸਟੱਡੀ ਕਰਨ ਦੀ, ਜ਼ਿਆਦਾ ਸਿਲੈਕਸ਼ਨ ਕਰਨ ਦੀ। ਉਹਨਾਂ ਥਾਵਾਂ ਦੇ ਉੱਤੇ ਪਾਰਟੀ ਉਹ ਤਰੀਕਾ ਅਪਣਾਉਂਦੀ ਹੈ ਜੀ। ਇਸ ਕਰਕੇ ਇਹ ਕੋਈ ਨਵੀਂ ਗੱਲ ਨਹੀਂ ਹੈ। ਇਲੈਕਸ਼ਨ ਈਅਰ ਸ਼ੁਰੂ ਹੋ ਗਿਆ, ਇਹ ਕੋਈ ਪਹਿਲੀ ਵਾਰੀ ਨਹੀਂ ਹੋਇਆ, ਪਹਿਲਾਂ ਵੀ ਬਹੁਤ ਵਾਰੀ ਹੋ ਜਾਂਦਾ ਕਿ ਜਿੱਥੇ ਐਸਟੈਬਲਿਸ਼ਡ ਲੀਡਰਸ਼ਿਪ ਹੁੰਦੀ ਹੈ ਜੀ, ਜਦੋਂ ਅਖੀਰਲੇ ਇਲੈਕਸ਼ਨ ਦੇ ਦਿਨਾਂ ਵਿੱਚ ਹੁੰਦੀਆਂ ਤਾਂ ਬਹੁਤ ਗੱਲਾਂ ਇਹੋ ਜਿਹੀਆਂ ਹੋ ਜਾਂਦੀਆਂ ਜਿੱਥੋਂ ਇਹ ਜਿਹੜਾ ਹੈਗਾ ਲੱਗਦਾ ਕਿ ਇਲੈਕਸ਼ਨ ਆਉਣ ਵਾਲੇ ਸਮੇਂ 'ਚ ਕਲੀਅਰ ਕੱਟ ਇਹਨਾਂ ਨੇ ਲੜਨੀ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈ। ਕੋਈ ਪਾਰਟੀ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਨਹੀਂ। ਪਾਰਟੀ ਦੇ ਅੰਦਰ ਸਾਡੀ ਸਾਰੀ ਕੋਰ ਕਮੇਟੀ ਦੇ ਵਿੱਚ ਲਗਾਤਾਰ ਇਹਨਾਂ ਚੀਜ਼ਾਂ 'ਤੇ ਰਾਇਆਂ ਹੁੰਦੀਆਂ। ਪਿੱਛੇ ਵੀ ਅਸੀਂ 2 ਦਿਨ ਦਾ ਵਿਸ਼ੇਸ਼ ਸੈਸ਼ਨ ਕੀਤਾ ਕੋਰ ਕਮੇਟੀ ਦਾ, ਸਾਰੀਆਂ ਚੀਜ਼ਾਂ ਡੈਪਥ ਤੱਕ ਉਹਦੇ 'ਚ ਅਸੀਂ ਬੈਠ ਕੇ ਵਿਚਾਰੀਆਂ। ਹੁਣ ਵੀ ਆ 2 ਦਿਨ ਪਹਿਲਾਂ 5-6 ਸੀਨੀਅਰ ਲੀਡਰ ਕਾਫੀ ਲੰਬਾ ਸਮਾਂ 2 ਦਿਨ ਲਗਾਤਾਰ ਬੈਠਦੇ ਰਹੇ। ਇਸ ਕਰਕੇ ਵਿਚਾਰਾਂ ਹੁੰਦੀਆਂ ਰਹਿੰਦੀਆਂ ਨੇ। ਉਹ ਕਿਹੜੀ ਚੀਜ਼ ਕਿਸ ਮੌਕੇ 'ਤੇ ਪ੍ਰਧਾਨ ਸਾਹਿਬ ਨੂੰ ਆਥੋਰਾਈਜ਼ ਕੀਤਾ ਜਾਂਦਾ, ਕਈ ਗੱਲਾਂ ਦੇ ਵਿੱਚ ਕਿ ਤੁਸੀਂ ਮੌਕੇ ਦੇ ਮੁਤਾਬਕ ਉਦੋਂ ਡਿਸੀਜਨ ਲੈ ਲੈਣਾ। ਇਸ ਕਰਕੇ ਸਾਰਾ ਕੁਝ ਪਾਰਟੀ 'ਚ ਪਾਪੂਲਰ ਡਿਸਕਸ ਹੋ ਕੇ ਹੁੰਦਾ। ਕਿਸਾਨੀ ਦੇ ਮੁੱਦੇ ਨੂੰ ਲੈ ਕੇ ਭਾਜਪਾ ਤੋਂ ਲੰਬੇ ਸਮੇਂ ਤੋਂ ਨਾਲ ਚੱਲੀ ਆ ਰਹੀ ਹੈ। ਅਕਾਲੀ ਦਲ ਵੱਖਰੀ ਹੋ ਗਈ ਹੈ। ਇਸ ਚੋਣਾਂ ਦੇ ਵਿੱਚ ਵੀ ਵੱਖਰੇ ਤੌਰ 'ਤੇ ਚੋਣ ਲੜੋਗੇ। ਮੰਨਿਆ ਜਾਂਦਾ ਸੀ ਕਿ ਸ਼ਹਿਰੀ ਵੋਟ ਭਾਜਪਾ ਤੁਹਾਨੂੰ ਸਪੋਰਟ ਕਰਦੀ ਹੈ, ਪਿੰਡਾਂ 'ਚ ਸ਼੍ਰੋਮਣੀ ਅਕਾਲੀ ਦਾ ਆਧਾਰ ਜ਼ਿਆਦਾ ਹੈ। ਹੁਣ ਇਸ ਜਿਹੜੇ ਨਵੇਂ ਬਣੇ ਸਮੀਕਰਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਤੇ ਨਾ ਕਿਤੇ ਸ਼ਹਿਰਾਂ ਦੇ ਵਿੱਚ ਲੋਸ ਪਊ ਤੁਹਾਨੂੰ, ਜਾਂ ਕੋਈ ਨਵੇਂ ਢੰਗ ਨਾਲ ਨਜਿੱਠਣ ਦੀ ਨੀਤੀ ਬਣਾਉਣੀ ਪੈਣੀ? ਦੇਖੋ ਲਿਬਰੇਟ ਜੀ, ਤੁਹਾਡੀ ਗੱਲ ਨਾਲ ਮੈਂ ਇੱਕ ਗੱਲ ਨੂੰ ਸਹਿਮਤ ਹਾਂ। ਪ੍ਰਭਾਵ ਇਹੀ ਰਹਿੰਦਾ ਰਿਹਾ ਕਿ ਅਕਾਲੀ ਦਲ ਪਿੰਡਾਂ ਦੀ ਪਾਰਟੀ ਹੈ ਤੇ ਬੀਜੇਪੀ ਸ਼ਹਿਰਾਂ ਦੀ ਪਾਰਟੀ ਜੀ। ਅਕਸਰ ਪ੍ਰਭਾਵ ਰਾਜਨੀਤੀ 'ਚ ਮੀਡੀਆ 'ਚ ਹੁੰਦਾ। ਪਰ ਜੇ ਤੁਸੀਂ ਰਿਐਲਿਟੀ ਦੇਖੋਗੇ ਤਾਂ ਪਿਛਲੇ ਸਮਿਆਂ ਦੇ ਵਿੱਚ ਵੀ ਬਹੁਤੇ ਸ਼ਹਿਰਾਂ ਦੇ ਵਿੱਚ ਮੇਅਰ ਅਕਾਲੀ ਦਲ ਦੇ ਸੀਗੇ
ਜੀ ਜਿਹੜੀਆਂ ਕਮੇਟੀਆਂ ਦੀਆਂ ਇਲੈਕਸ਼ਨਾਂ ਹੋਈਆਂ ਇਹਦੇ 'ਚ 95% ਥਾਵਾਂ ਦੇ ਉੱਤੇ ਜਿਹੜੇ ਪ੍ਰਧਾਨ ਸੀਗੇ ਉਹ ਅਕਾਲੀ ਦਲ ਦੇ ਸੀ ਜੀ। ਪ੍ਰਭਾਵ ਹੋਣਾ ਹੋਰ ਗੱਲ ਹੈ, ਰਿਐਲਿਟੀ ਹੋਰ ਸੀਗੀ, ਯਾਨੀ ਹਕੀਕਤ ਕੁਝ ਹੋਰ। ਕਿਉਂਕਿ ਸ਼ਹਿਰਾਂ ਦੇ ਵਿੱਚ ਵੀ ਅਕਾਲੀ ਦਲ ਬੜੀ ਮਜ਼ਬੂਤੀ ਨਾਲ ਲੱਗਿਆ ਹੋਇਆ। ਸ਼ਹਿਰਾਂ ਦੇ ਵਿੱਚ ਵੀ ਅਸੀਂ ਇਲੈਕਸ਼ਨਾਂ MLA ਦੀਆਂ ਵੀ ਲੜਦੇ ਹਾਂ, MP ਦੀਆਂ ਵੀ ਲੜਦੇ ਹਾਂ, ਕੌਂਸਲ ਦੀ ਵੀ ਲੜਦੇ ਹਾਂ, ਔਰ ਮੈਕਸੀ ਥਾਵਾਂ ਦੇ ਉੱਤੇ ਕਮੇਟੀਆਂ ਦੇ ਵਿੱਚ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੀ। ਹੁਣ ਵੀ ਜਿਹੜੀ ਇਲੈਕਸ਼ਨ ਹੋਈ ਹੈ ਅਸੀਂ ਵੱਖਰੇ ਵੱਖਰੇ ਲੜੇ ਹਾਂ ਜੀ, ਅਤੇ ਦੂਜੇ ਨੰਬਰ 'ਤੇ ਤਾਂ ਅਕਾਲੀ ਦਲ ਹੈ। ਇਹ ਤਾਂ ਸ਼ਹਿਰਾਂ ਦੀ ਇਲੈਕਸ਼ਨ ਸੀ ਜੀ ਜੀ। ਅਤੇ ਫਿਰ ਇਹ ਨਹੀਂ ਕਹਿ ਸਕਦੇ ਕਿ ਇਕੱਲੀ ਪਿੰਡਾਂ ਦੀ। ਹੁਣ ਵੀ BJP ਸਾਡੇ ਤੋਂ ਬਹੁਤ ਪਿੱਛੇ ਹੈ, ਆਮ ਆਦਮੀ ਪਾਰਟੀ ਤਾਂ ਐਗਜ਼ਿਸਟ ਹੀ ਨਹੀਂ ਕਰਦੀ। ਇਸ ਕਰਕੇ ਕਈ ਚੀਜ਼ਾਂ ਦਾ ਹੁੰਦਾ ਇੱਕ ਪੁਰਾਣਾ, ਕਿਉਂਕਿ ਸ਼ੁਰੂ ਤੋਂ ਜਿਹੜੀ ਹੈਗੀ ਆ ਗੁਰਦੁਆਰਾ ਸੁਧਾਰ ਮੂਵਮੈਂਟ 'ਚੋਂ ਅਕਾਲੀ ਦਲ ਸ਼ੁਰੂ ਹੋਇਆ, ਜ਼ਿਆਦਾਤਰ ਲੀਡਰਸ਼ਿਪ ਜਿਹੜੀ ਆ ਪਿੰਡਾਂ ਦੇ ਵਿੱਚੋਂ ਆਈ, ਪਰ ਸ਼ਹਿਰਾਂ ਦੇ ਲੀਡਰ ਵੀ ਮਾਸਟਰ ਤਾਰਾ ਸਿੰਘ ਵਰਗੇ ਲੀਡਰ ਬੜੇ ਵੱਡੇ ਲੀਡਰ ਸ਼੍ਰੋਮਣੀ ਅਕਾਲੀ ਦਲ ਦੇ ਪਹਿਲਾਂ ਵੀ ਰਹੇ ਆ, ਸੁਰਜਨ ਸਿੰਘ ਠੇਕੇਦਾਰ ਰਹੇ ਆ, ਹੋਰ ਵੀ ਲੀਡਰ ਹੈ। ਇਸ ਕਰਕੇ ਸ਼ਹਿਰਾਂ ਦੇ ਵਿੱਚ ਵੀ ਅਤੇ ਪਿੰਡਾਂ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਹਮੇਸ਼ਾ ਚੱਲਦਾ ਜੀ। ਔਰ ਮੈਂ ਸਮਝਦਾ ਕਿ ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਭਾਗ ਦਾ ਸਮਾਂ ਦੇਖੋ, ਬਾਦਲ ਸਾਹਿਬ ਦਾ ਦੇਖੋ, ਅਤੇ ਸਭ ਤੋਂ ਵੱਧ ਜਿਹੜੀ ਅਮਨ ਸ਼ਾਂਤੀ ਅਤੇ ਸਾਂਝੀਵਾਲਤਾ ਦਾ ਕੰਮ ਜੇ ਕਿਸੇ ਨੇ ਕੀਤਾ, ਸਾਰੇ ਧਰਮਾਂ ਦਾ ਸਤਿਕਾਰ ਕਿਸੇ ਨੇ ਕੀਤਾ, ਸਾਰਿਆਂ ਦੇ ਧਰਮਾਂ ਦੇ ਦਿਨ ਜਿਹੜੇ ਆ ਕਿਸੇ ਨੇ ਮਨਾਏ ਆ, ਤਾਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਮਨਾਏ ਜੀ। ਇਸ ਕਰਕੇ ਉਹਨਾਂ ਦੀ ਇਹ ਸੋਚ ਸਦਕਾ ਪਹਿਲਾਂ ਵੀ ਅਕਾਲੀ ਦਲ ਬੜਾ ਮਕਬੂਲ ਰਿਹਾ ਸ਼ਹਿਰਾਂ ਦੇ, ਔਰ ਅੱਗੋਂ ਵੀ ਹੋਰ ਆਪਣੇ ਆਪ ਨੂੰ ਸਟਰੈਂਥਨ ਜਿਹੜਾ ਉਹ ਕਰ ਰਿਹਾ। ਤੁਸੀਂ ਹੁਣ ਜਿਹੜੇ ਮੌਜੂਦਾ ਹਾਲਾਤ ਬਣੇ ਨੇ ਉਹ ਕਿਤੇ ਨਾ ਕਿਤੇ ਧਰਮ ਨਾਲ ਜੁੜੇ ਹੋਏ ਨੇ ਜਾਂ ਕਿਸਾਨੀ ਨਾਲ ਜੁੜੇ ਹੋਏ ਨੇ। ਤੁਸੀਂ ਹੁਣ ਆਉਣ ਵਾਲੇ ਜਿਹੜੇ ਚੋਣਾਂ ਦੇ ਵਿੱਚ, ਵਿਧਾਨ ਸਭਾ ਚੋਣਾਂ ਦੇ ਵਿੱਚ, ਕਿਹੜੇ ਇਹਨਾਂ ਦੋ ਏਜੰਡਿਆਂ ਤੋਂ ਇਲਾਵਾ ਲੈ ਕੇ ਕਿਹੜੇ ਏਜੰਡੇ ਲੈ ਕੇ ਲੋਕਾਂ 'ਚ ਜਾਓਗੇ ਪੰਜਾਬ ਦੇ ਵਿੱਚ? ਦੇਖੋ, ਪਹਿਲਾ ਹੁਣ ਏਜੰਡਾ ਜਿਹੜਾ ਮੇਨ ਹੈ ਉਹ ਤਾਂ ਵਿਸ਼ਵਾਸਘਾਤ ਦਾ ਜੀ, ਕਿ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਜੋ ਕੁਛ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਸੀ ਜੀ, ਅੱਜ ਜਨਤਾ ਜਿਹੜੀ ਹੈ ਉਸ ਵਿਸ਼ਵਾਸਘਾਤ ਤੋਂ ਬਹੁਤ ਦੁਖੀ ਹੈ ਜੀ। ਕਿਸਾਨਾਂ ਦਾ ਕਰਜ਼ਾ ਨਹੀਂ ਮਾਫ ਹੋਇਆ, ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ, ਨਸ਼ਿਆਂ ਦਾ ਉਹਨਾਂ ਦੇ ਮੰਤਰੀ ਆਪ ਮੰਨਦੇ ਆ ਕਿ ਨਸ਼ਾ ਪਹਿਲਾਂ ਨਾਲੋਂ ਵੀ ਵੱਧ ਗਿਆ, ਜੀ। ਔਰ ਟੋਟਲ ਡਿਵੈਲਪਮੈਂਟ ਜਿਹੜੀ ਹੈ ਉਹ ਬੰਦ ਹੋ ਗਈ। ਇਹਦੇ ਨਾਲ ਹੀ ਜਿਹੜੀ ਬਾਕੀ ਵੀ ਕੰਮ ਹੈ, ਗਵਰਨੈਂਸ ਦਾ ਫੇਲਰ, ਲਾ ਐਂਡ ਆਰਡਰ ਦੀ ਮਾੜੀ ਸਥਿਤੀ, ਔਰ ਲਗਾਤਾਰ ਜਿਹੜੇ ਸਕੈਂਡਲ ਹੋਏ ਆ, ਇਹ ਸਾਰੇ ਸਾਡੀ ਇਲੈਕਸ਼ਨ ਦੇ ਮੁੱਦੇ ਹੋ ਗਏ। ਇਸ ਤੋਂ ਇਲਾਵਾ ਇੱਕ ਹੋਰ, ਜਦੋਂ ਇਹਨਾਂ ਮੁੱਦਿਆਂ ਭਾਰੀ ਹੋ ਗਏ ਨੇ ਤੇ ਉਸ ਤੋਂ ਬਾਅਦ ਇੱਕ ਗੱਲ ਹੋਰ ਸਾਹਮਣੇ ਆਈ ਸੀ ਕਿ ਸਾਰੀਆਂ ਪਾਰਟੀਆਂ, ਜਿਵੇਂ ਆਪਣੀ ਪਾਰਟੀ ਨੇ ਡਿਪਟੀ CM, ਭਾਜਪਾ ਨੇ CM, ਕਾਂਗਰਸ ਅਜੇ ਮੈਨੂੰ ਲੱਗਦਾ ਸੋਚ ਰਹੀ ਹੈ ਕਿਹੜਾ ਲਾਣਾ, ਵੀ ਦਲਿਤ ਕਾਰਡ ਖੇਡਣ ਦੀ ਇੱਕ ਗੱਲ ਚੱਲ ਰਹੀ ਹੈ, ਰੁਝਾਨ ਹੀ ਮਿਲ ਰਿਹਾ ਹੈ। ਇਹ ਹੋਣੀ ਕਿਉਂ ਚੱਲ ਰਿਹਾ ਹੈ ਕੰਮ? ਇਹ ਵੀ ਇੱਕ ਨਾਲ ਜੋੜਿਆ ਜਾਏਗਾ ਮੁੱਦਾ ਕਿ ਇਹਨਾਂ ਮੁੱਦਿਆਂ 'ਚ ਕਿਤੇ ਨਾ ਕਿਤੇ ਜਿਹੜਾ ਵੱਡਾ ਵੋਟ ਬੈਂਕ ਹੈ ਉਸ ਨੂੰ ਟਾਰਗੇਟ ਕਰਕੇ ਇਹ ਮੁੱਦੇ ਬਣਾਏ ਜਾ ਰਹੇ। ਦੇਖੋ, ਸ਼੍ਰੋਮਣੀ ਅਕਾਲੀ ਦਲ ਤਾਂ ਹਮੇਸ਼ਾ ਹੀ ਸਿੱਖ ਫਿਲਾਸਫੀ 'ਤੇ ਚੱਲਦਾ, ਔਰ ਗੁਰੂਆਂ ਦਾ ਮਾਨਸ ਕੀ ਜਾਤ ਸਭੇ ਕੇ ਪਹਿਚਾਨ ਮੁੱਦੇ ਜਿਹੜਾ ਮੇਨ ਨਿਸ਼ਾਨਾ ਉਹਨੂੰ ਲੈ ਕੇ ਹਮੇਸ਼ਾ ਕੰਮ ਕਰਦਾ। ਸਾਡੀ ਧਰਤੀ ਜਿਹੜੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ, ਔਰ ਇੱਥੇ ਹਮੇਸ਼ਾ ਹੀ ਜਿਹੜਾ ਸਮਾਜ ਦੇ ਦੱਬੇ ਕੁਚਲੇ ਵਰਗਾਂ ਨੂੰ ਬਹੁਤ ਵੱਡਾ ਜਿਹੜਾ ਸਤਿਕਾਰ ਹੈ ਉਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਸਾਰੇ ਗੁਰੂ ਸਾਹਿਬਾਨ ਨੇ ਦਿੱਤਾ ਜੀ। ਇਸ ਕਰਕੇ ਸਾਡੇ ਵਾਸਤੇ ਤਾਂ ਕੋਈ ਨਵੀਂ ਨਹੀਂ ਸਾਹਿਤਾ, ਜੋ ਸਾਡੇ ਗੁਰੂਆਂ ਦੀ ਸਿੱਖਿਆ, ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਉਹਨਾਂ 'ਤੇ ਚੱਲਦਾ, ਔਰ ਪਹਿਲਾਂ ਵੀ ਪਾਰਟੀ ਦੇ ਵਿੱਚ ਦਲਿਤ ਲੀਡਰਾਂ ਦਾ ਬੜਾ ਮਹੱਤਵਪੂਰਨ ਰੋਲ ਰਿਹਾ। ਸਾਡੀਆਂ ਸਰਕਾਰਾਂ ਬਣੀਆਂ ਅਤੇ ਸਰਦਾਰ ਚਰਨਜੀਤ ਸਿੰਘ ਅਟਵਾਲ ਹਮੇਸ਼ਾ ਸਪੀਕਰ ਬਣਦੇ ਰਹੇ। ਲੋਕ ਸਭਾ ਦੇ ਵਿੱਚ ਜੇ ਸਾਨੂੰ ਜਿਹੜਾ ਡਿਪਟੀ ਸਪੀਕਰ ਦਾ ਅਹੁਦਾ ਮਿਲਿਆ, ਉੱਥੇ ਜਿਹੜੇ ਹੈਗੇ ਸਰਦਾਰ ਚਰਨਜੀਤ ਸਿੰਘ ਅਟਵਾਲ ਉੱਥੇ ਬਗੇ। ਪੰਜਾਬ ਦੀ ਇਕਾਨਮੀ ਖੇਤੀ 'ਤੇ ਆਧਾਰਿਤ ਹੈ, ਔਰ ਸਰਦਾਰ ਗੁਰਦੇਵ ਸਿੰਘ ਬਾਦਲ ਸਾਡੇ ਐਗਰੀਕਲਚਰ ਮਿਨਿਸਟਰ ਪੰਜਾਬ ਦੇ ਰਹੇ। ਖੇਤੀ ਤੋਂ ਬਾਅਦ ਸਾਡੀ ਐਨੀਮਲ ਹਸਬੈਂਡਰੀ ਇੰਪੋਰਟੈਂਟ ਹੁੰਦੀ ਹੈ, ਅਤੇ ਉਹ ਸਾਡੇ ਰਾਣੀਕੇ ਸਾਹਿਬ ਮੰਤਰੀ ਰਹੇ। ਇਸ ਕਰਕੇ ਪਾਰਟੀ ਦੀਆਂ ਸਭਾ ਦੇ ਵਿੱਚ ਵੀ ਸਾਰੇ ਜਿਹੜੇ ਦਲਿਤ ਲੀਡਰ ਨੇ ਸਾਡੇ ਬੋਲੀ ਕਤਾਰ ਦੇ ਵਿੱਚ ਹੁੰਦੇ ਆ। ਇਸ ਕਰਕੇ ਸਾਡੇ 'ਤੇ ਕੋਈ ਨਵੀਂ ਗੱਲ ਨਹੀਂ ਹੈ। ਇਸ ਕਰਕੇ ਪਿੱਛੇ ਇਹ ਅਸੀਂ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਸੀ, ਅਤੇ ਇਹ ਵੀ ਫੈਸਲਾ ਕਰ ਦਿੱਤਾ ਕਿ ਪਰਮਾਨੈਂਟ ਤੌਰ 'ਤੇ ਦਲਿਤ ਮੁੱਖ ਮੰਤਰੀ ਬਣਾਇਆ, ਉਪ ਮੁੱਖ ਮੰਤਰੀ ਬਣਾਇਆ ਜਾਵੇ। ਉਹ ਵੀ ਲਾਗੂ ਫੈਸਲਾ ਅਨਾਊਂਸ ਕਰ ਦਿੱਤਾ, ਔਰ ਅਸੀਂ ਕਿਹਾ ਤਾਂ ਉੱਤੇ ਲਾਗੂ ਵੀ ਕਰਾਂਗੇ ਸੀ। ਪਰ ਸਾਡੀ ਤਾਂ ਜਿਹੜੀ ਸੋਚ ਹੈ ਹਮੇਸ਼ਾ ਗੁਰੂਆਂ ਦੇ ਮੁਤਾਬਕ, ਉਹਦੇ ਨਾਲ ਸ਼ੁਰੂ ਤੋਂ ਹੀ ਅਸੀਂ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਦੇ ਹਾਂ, ਕੋਈ ਨਵੀਂ ਗੱਲ ਨਹੀਂ ਹੈ। ਜਿਵੇਂ ਹੁਣ ਤੁਸੀਂ ਦਲਿਤ ਆਗੂਆਂ ਦੇ 3-4 ਦੇ ਨਾਮ ਲਏ, ਕੁਛ ਕਿਹਾ ਜਾ ਸਕਦਾ ਕਿ ਡਿਪਟੀ CM ਲਈ ਕਿਹੜਾ ਚਿਹਰਾ ਹੋ ਸਕਦਾ?
ਨਹੀਂ ਇਹ ਨਹੀਂ ਅੱਜ ਨਹੀਂ ਕਿਹਾ ਜਾ ਸਕਦਾ। ਇਹ ਤਾਂ ਕਿਉਂਕਿ ਹਾਲੇ ਐਮਐਲਏ ਦੀਆਂ ਇਲੈਕਸ਼ਨਾਂ ਹੋਣਗੀਆਂ ਜੀ, ਉਸ ਵੇਲੇ ਜਿਹੜੇ ਐਮਐਲਏ ਬਣਨਗੇ ਤਾਂ ਨੈਚੁਰਲੀ ਉਹਨਾਂ ਦੇ ਵਿੱਚੋਂ ਜਿਹੜਾ ਸੀਨੀਅਰ ਹੋਏਗਾ ਉਹਦੇ ਮੁਤਾਬਕ ਉਦੋਂ ਫੈਸਲੇ ਜਿਹੜੇ ਆ ਹਾਊਸ ਨੇ ਕਰਨੇ ਹੁੰਦੇ ਆ। ਇਹ ਜਿਹੜੀਆਂ ਫੈਸਲੇ ਆ ਕੋਈ ਇਕੱਲੇ ਪਾਰਟੀ ਦੇ ਨਹੀਂ ਹੁੰਦੇ, ਉਦੋਂ ਲੈਜਿਸਲੇਟਰ ਦੀ ਰਾਏ ਵੀ ਜਿਹੜੀ ਆ ਇੰਪੋਰਟੈਂਟ ਹੁੰਦੀ ਹੈ। ਇਸ ਕਰਕੇ ਅੱਜ ਤਾਂ ਕੁਝ ਕਹਿਣਾ ਮੁਸ਼ਕਿਲ ਹੈ, ਲੇਕਿਨ ਇਹ ਹੈ ਕਿ ਜੋ ਕਿਹਾ ਉਹ ਕਮਿਟਮੈਂਟ ਆਨਰ ਕੀਤੀ ਜਾਏ। ਜੀ, ਬਾਕੀ ਉਹ ਐਤਕੀ ਸਾਰੀਆਂ ਸਿਆਸੀ ਧਿਰਾਂ ਨੌਜਵਾਨ ਵਰਗ ਨੂੰ ਅੱਗੇ ਲਿਆਉਣ ਦੀ ਗੱਲ ਕਰ ਰਹੀਆਂ ਨੇ। ਐਤਕੀ ਆਪਾਂ ਮੰਨ ਸਕਦੇ ਹਾਂ ਵੀ ਕਿੰਨੇ ਫੀਸਦੀ ਆਪਾਂ ਨੌਜਵਾਨਾਂ ਨੂੰ ਤਰਜੀਹ ਦੇ ਦੀ ਕੋਈ ਟਾਰਗੇਟ ਮਿਥਿਆ ਇਸ ਦਾ? ਨਹੀਂ, ਹਮੇਸ਼ਾ ਹੀ ਲਗਾਤਾਰ ਕੋਸ਼ਿਸ਼ ਹੁੰਦੀ ਹੈ। ਕਾਫੀ ਯੰਗ ਲੀਡਰਸ਼ਿਪ ਸਾਡੀ ਪਹਿਲਾਂ ਵੀ ਐਮਐਲਏ ਦੀ ਇਲੈਕਸ਼ਨ ਲੜਦੀ ਹੈ। ਹੁਣ ਵੀ ਯੂਥ ਅਕਾਲੀ ਦਲ ਦੇ ਵਿੱਚ ਬਹੁਤ ਚੰਗੇ ਨੌਜਵਾਨ ਜਿਹੜੇ ਹੈਗੇ ਆ, ਜਿਹੜੇ ਆਉਣ ਵਾਲੇ ਸਮੇਂ 'ਚ ਬੜਾ ਵਧੀਆ ਰੋਲ ਪਲੇ ਕਰ ਸਕਦੇ ਆ। ਹੁਣ ਵੀ ਕਾਫੀ ਪ੍ਰਭਾਵਸ਼ਾਲੀ ਲੀਡਰਸ਼ਿਪ ਯੂਥ ਦੀ ਹੈ ਜੀ, ਪਹਿਲਾਂ ਵੀ ਹੈ, ਹੁਣ ਵੀ ਹੈ, ਹਮੇਸ਼ਾ ਹੀ। ਕਿਉਂਕਿ ਪਾਰਟੀ ਦੇ ਅੱਗੇ ਵਧਣ ਵਾਸਤੇ ਯੂਥ ਨੂੰ ਲੈ ਕੇ ਆਉਣਾ ਇੱਕ ਬਹੁਤ ਵੱਡੀ ਲੋੜ ਹੁੰਦੀ ਹੈ ਅਤੇ ਉਹਦੇ 'ਤੇ ਪਹਿਰਾ ਅਸੀਂ ਆਉਣ ਵਾਲੇ ਸਮੇਂ 'ਚ ਵੀ ਦਿਆਂਗੇ। ਇਹ ਸਨ ਡਾਕਟਰ ਦਲਜੀਤ ਸਿੰਘ ਚੀਮਾ ਜੀ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ, ਸਿਆਸਤ ਦੇ ਪੰਜਾਬ ਦੀ ਸਿਆਸਤ ਦੇ ਡਾਕਟਰ ਮੰਨੀ ਜਾਂਦੀ ਸ਼ਖਸੀਅਤ ਦਾ ਕਹਿਣਾ ਹੈ ਕਿ ਸਿਆਸਤ ਦੇ ਵਿੱਚ ਚਾਹੇ ਹੁਣ ਕਿਸਾਨ ਅੰਦੋਲਨ ਦਾ ਪ੍ਰਭਾਵ ਹੈ, ਚਾਹੇ ਆਪਣੇ ਵੱਡੇ ਤੌਰ 'ਤੇ ਬੇਅਦਬੀ ਮਾਮਲੇ ਦਾ ਭਾਵਨਾ, ਉਹ ਪੰਥਕ ਏਜੰਡੇ ਨਾਲ ਲੈ ਕੇ ਪੰਜਾਬ ਦੇ ਵਿਕਾਸ ਦੇ ਏਜੰਡੇ ਲੈ ਕੇ ਵੀ ਨਾ ਚੱਲਣਗੇ। ਅਤੇ ਜਿਸ ਨਾਲ ਪੰਜਾਬ ਦਾ ਵਿਕਾਸ ਹੋ ਸਕੇ, ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਪੰਜਾਬ ਦੇ ਵਿਕਾਸ ਨਾਲ ਅਤੇ ਸ਼ਾਂਤਮਈ ਤਰੀਕੇ ਨਾਲ ਪੰਜਾਬ ਦੀ ਸੱਤਾ ਚਲਾਉਣ ਦਾ, ਆਪਦੀ ਸਰਕਾਰ ਚਲਾਉਣ ਦਾ ਉਹਨਾਂ ਦਾ ਰਿਕਾਰਡ ਹੈ। ਦੇਖਦੇ ਹਾਂ ਕਿ ਉਹਨਾਂ ਦਾ ਕਹਿਣਾ ਇਹ ਵੀ ਹੈ ਕਿ ਜਿਹੜੀ ਸੱਤਾਧਿਰ ਪਾਰਟੀ ਹੈ ਉਹ ਜਿਹੜੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਉਹਨੇ, ਅਤੇ ਉਹਨਾਂ ਹੀ ਕਾਰਨਾਂ ਕਰਕੇ ਉੱਥੇ ਫੇਲ ਹੋਣ ਕਰਕੇ ਸੱਤਾ ਤੋਂ ਬਾਹਰ ਜਾਣ ਵਾਲੀ ਕਗਾਰ 'ਤੇ ਖੜ੍ਹੀ ਹੈ। ਬਾਕੀ ਹੋਰ ਧਿਰਾਂ ਵੀ ਲੱਗੀਆਂ ਹੋਏ ਨੇ, ਜਿਹੜੇ ਮੇਨ ਆਗੂ ਇਹਨਾਂ ਦੀ ਪਾਰਟੀ 'ਚ ਵੱਖਰੇ ਹੋਏ ਨੇ, ਉਹਨਾਂ ਬਾਰੇ ਉਹਨਾਂ ਦਾ ਇਹ ਨਜ਼ਰੀਆ ਹੈ ਕਿ ਜਿਹੜਾ ਕੁਛ ਉਹਨਾਂ ਨੂੰ ਸਾਰਾ ਮੌਕਾ ਉਦੋਂ ਵੀ ਦਿਖਦਾ ਸੀ ਅਤੇ ਹੁਣ ਵੱਖਰਾ ਕਰਕੇ ਉਹ ਕੀ ਕਰ ਲੈਣਗੇ। ਉਹਨਾਂ ਨੇ ਪਾਰਟੀ ਨੇ ਉਹਨਾਂ ਨੂੰ ਬੜਾ ਸਨਮਾਨ ਦਿੱਤਾ, ਉਦੋਂ ਵੀ ਇਹ ਸਾਰੀਆਂ ਗੱਲਾਂ ਉਹਨਾਂ ਦੇ ਸਾਹਮਣੇ ਸੀ, ਅਤੇ ਕਿਤੇ ਨਾ ਕਿਤੇ ਉਹਨਾਂ ਦੀਆਂ ਸਾਰੀਆਂ ਗੱਲਾਂ ਇਹ ਇਸ਼ਾਰਾ ਕਰਦੀਆਂ ਕਿ ਜਿਹੜੇ ਉਹਨਾਂ ਤੋਂ ਵੱਖਰੇ ਹੋਏ ਨੇ ਜਾਂ ਜਿਹੜੇ ਉਹਨਾਂ ਦੇ ਵਿਰੋਧੀ ਧਿਰਾਂ ਵਾਲੇ ਨੇ, ਸਿਰਫ ਸੱਤਾ ਦੀ ਚਾਹ ਨੂੰ ਲੈ ਕੇ ਸਾਰੀਆਂ ਸਵਾਲ ਉਠਾ ਰਹੇ ਨੇ। ਉਹਨਾਂ ਦੀ ਅਸਲੀ ਮਨਸਾ ਸੱਤਾ ਅਤੇ ਸਿਰਫ ਸੱਤਾ ਹੈ। ਫਿਰ ਅਮਿਤਾਭ ਬੱਚਨ ਮਾਮਲੇ 'ਤੇ ਉਹਨਾਂ ਨੇ ਕਿਹਾ ਕਿ ਵੈਸੇ ਇਹ ਮਾਮਲਾ ਪੰਥਕ ਜਿਹੜੀ ਸੰਸਥਾ ਹੈ ਉਸ ਦਾ ਹੈ। ਫਿਰ ਵੀ ਉਹਨਾਂ ਨੇ ਕਿਹਾ ਕਿ ਜੇ ਦਿੱਲੀ ਗੁਰਦੁਆਰਾ ਦਰਨਗੜੀ 'ਤੇ ਸਵਾਲ ਉੱਠੇ ਨੇ ਤਾਂ ਉਸ ਦੇ ਵਿੱਚ ਸਰਨਾ ਪਰਿਵਾਰ ਜਾਂ ਹੋਰ ਜਿਹੜੇ ਆਗੂ ਬੋਲ ਰਹੇ ਨੇ ਉਹ ਲੰਬੇ ਸਮੇਂ ਤੋਂ ਉਸ ਦੇ ਵਿੱਚ ਅਗਵਾਈ ਕਰ ਚੁੱਕੇ ਨੇ ਉਸ ਸਿਰਮੌਰ ਸੰਸਥਾ ਦੀ, ਅਤੇ ਉਹਨਾਂ ਨੂੰ ਉਸ ਟਾਈਮ ਕਰ ਲੈਣਾ ਚਾਹੀਦਾ ਸੀ। ਫਿਰ ਵੀ ਉਸ ਚੀਜ਼ ਨੂੰ ਵੀ ਉਹਨਾਂ ਨੇ ਦੇਖਿਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਸੀਗੀਆਂ ਉਹ ਹੋਣੀਆਂ ਸੀ, ਉਹ ਅੱਗੇ ਪੈ ਗਈਆਂ। ਇਸ ਕਰਕੇ ਸਿਰਫ ਉਹਨਾਂ ਦਾ ਜਿਹੜਾ ਇਹ ਮਤਲਬ ਵੀ ਸਿਆਸਤ ਨੂੰ ਪ੍ਰੇਰਿਤ ਕੀਤਾ। ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਉਹਨਾਂ ਦਾ ਕਹਿਣ ਹੁਣ ਇਹ ਹੈ ਕਿ ਜਿਹੜੇ ਹੁਣ ਮਸਲੇ ਚੱਲੇ ਨੇ ਉਹਨਾਂ ਦੇ ਨਾਲ ਹੁਣ ਵਿਕਾਸ ਦੇ, ਸੁਧਾਰ ਦੇ ਸਾਰੇ ਮਸਲੇ ਲੈ ਕੇ ਉਹ ਅਤੇ ਨੌਜਵਾਨ ਪੀੜ੍ਹੀ ਨੂੰ ਤਰਜੀਹ ਦੇ ਕੇ ਪੰਜਾਬ ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਉਤਰਨਗੇ। ਅਤੇ ਦਲਿਤ ਵੋਟ ਬੈਂਕ ਦੀ ਜਿਹੜੀ ਚਰਚਾ ਚੱਲੀ ਹੈ ਜਾਂ ਉਸ ਨੂੰ ਟਾਰਗੇਟ ਲੈ ਕੇ ਸਾਰੀਆਂ ਪਾਰਟੀਆਂ ਡਿਪਟੀ CM ਤੇ ਕਰਨਾਲ ਨੇ, ਉਹਨਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਹਮੇਸ਼ਾ ਹੀ ਦਲਿਤ ਆਗੂਆਂ ਨੂੰ ਆਪਣੀ ਸੱਤਾ ਦੇ ਵਿੱਚ ਕੈਬਨਿਟ ਦੇ ਰੈਂਕ ਦਿੰਦੇ ਰਹੇ ਆ, ਸਪੀਕਰ ਦੇ ਰੈਂਕ ਦਿੰਦੇ ਰਹੇ ਆ, ਯਾਨੀ ਯੋਗ ਸਥਾਨ ਮਿਲਦਾ ਰਿਹਾ। ਤਾਂ ਜਿਹੜੀ ਗੱਲ ਕੀਤੀ ਹੈ ਉਹ ਪੂਰੀ ਕੀਤੀ ਜਾਊਗੀ। ਪਰ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਿਆਸਤ ਕਿਹੜਾ ਮੋੜ ਲੈਂਦੀ ਹੈ, ਸ਼੍ਰੋਮਣੀ ਅਕਾਲੀ ਦਲ ਆਪਣੀ ਗੱਲਾਂ 'ਤੇ ਕਿੰਨਾ ਖਰਾ ਉਤਰਦਾ ਹੈ, ਅਤੇ ਵਿਰੋਧੀ ਧਿਰਾਂ ਦੇ ਮੁਕਾਬਲੇ ਖੜ੍ਹ ਕੇ ਉਹ ਆਪਣੇ ਆਪ ਨੂੰ ਪੰਜਾਬ ਦੇ ਲੋਕਾਂ ਦੇ ਵਿੱਚ ਕਿਵੇਂ ਸਥਾਪਿਤ ਕਰਦਾ ਅਤੇ ਸੱਤਾ ਦੇ ਹਿੱਸੇ ਵਿੱਚ ਕਿੰਨੀ ਆਪਦੀ ਮਜ਼ਬੂਤੀਦਾਰ ਕਰਦਾ ਜਾਂ ਸੱਤਾ ਰਿਪੀਟ ਕਰਦੀ ਹੈ, ਇਹ ਤਾਂ ਆਉਣ ਵਾਲੇ ਸਮੇਂ ਦੇ ਗਰਭ ਦੇ ਵਿੱਚ ਹੈ। ਦੇਖਦੇ ਰਹੋ ਲਗਾਤਾਰ ਸਕਾਈ ਨਿਊਜ਼ ਪੰਜਾਬ।